ਦਵਿੰਦਰ ਸ਼ਰਮਾ ਜੀ, ਬਹੁਤ ਬਹੁਤ ਦਿਲੋਂ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਸਾਂਝਾ ਟੀਵੀ ਤੇ ਪਲੇਟਫਾਰਮ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਸੀਂ ਹਾਜ਼ਰ ਹੋਏ। ਸੋ ਸਾਡੇ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਤੇ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਇਟਸ ਅ ਪਲੇਜ਼ਰ ਟਾਕਿੰਗ ਟੂ ਯੂ ਜੀ। ਦਵਿੰਦਰ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਦੀ, ਤੇ ਅੱਜ ਕੱਲ ਜੋ ਭਾਰਤ ਦੇ ਵਿੱਚ ਹੋ ਰਿਹਾ ਹੈਗਾ ਆ, ਸਾਰੇ ਹੀ ਕਿਸਾਨ ਅੱਜ ਕੱਲ ਕਹਿ ਲਓ ਕਿ ਵੱਖਰੇ ਵੱਖਰੇ ਸਟੇਟ ਦੇ ਉੱਤੋਂ ਆ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ। ਸੋ ਜਦੋਂ ਅਸੀਂ ਅੰਦੋਲਨ ਦੀ ਗੱਲ ਕਰਦੇ ਹਾਂ ਤੇ ਅੰਦੋਲਨ ਨੂੰ ਲੈ ਕੇ ਬਾਹਰਲੇ ਮੁਲਕਾਂ 'ਚ ਵੀ ਲੋਕ ਜਿਹੜੇ ਬੈਠੇ ਆ, ਉਹਨਾਂ ਦਾ ਵੀ ਹਮੇਸ਼ਾ ਧਿਆਨ ਉੱਥੇ ਹੀ ਕੇਂਦਰਿਤ ਰਹਿੰਦਾ ਕਿ ਕੀ ਹੋ ਰਿਹਾ। ਸੋ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ 10 ਮੀਟਿੰਗਸ ਹੋ ਚੁੱਕੀਆਂ ਹੈਗੀਆਂ ਆ, ਕੋਈ ਸਿੱਟਾ ਨਹੀਂ ਨਿਕਲ ਰਿਹਾ ਹੈਗਾ, ਤੇ ਕਿਸਾਨ ਅੰਦੋਲਨ ਦੇ ਨਾਲ ਗਲੋਬਲ ਇਕੋਨਮੀ ਤੇ ਕਿੰਨਾ ਕੁ ਫਰਕ ਪੈਂਦਾ ਆ, ਇੱਥੋਂ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਜੀ। ਦੇਖੋ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਅੰਦੋਲਨ ਹਿੰਦੁਸਤਾਨ ਵਿੱਚ ਹੋ ਰਿਹਾ ਇਸ ਟਾਈਮ ਦਿੱਲੀ ਦੇ ਆਸ-ਪਾਸ, ਅਸੀਂ ਜਾਣਦੇ ਹਾਂ ਬਾਰਡਰ ਤੇ ਕਿਸਾਨ ਬੈਠੇ ਹੈਗੇ ਆ, ਇਹ ਮੇਰੇ ਆਪ ਕਿ ਇਟਸ ਅ ਵੈਰੀ ਰਿਮਾਰਕੇਬਲ ਡਿਵੈਲਪਮੈਂਟ, ਔਰ ਇਹ ਬੜਾ ਆਈਕੋਨਿਕ ਇੱਕ ਫਾਰਮਰਸ ਦਾ ਮੂਵਮੈਂਟ ਹੈ, ਨਾਟ ਓਨਲੀ ਫॉर ਇੰਡੀਆ ਆਲਸੋ ਗਲੋਬਲੀ। ਇਸ ਕਰਕੇ ਕਿਉਂਕਿ ਇਹਦੇ ਇੰਪਲੀਕੇਸ਼ਨ ਜਿਹੜੇ ਹੈਗੇ ਆ ਬਹੁਤ ਦੂਰ ਤੱਕ ਜਾਣਗੇ, ਔਰ ਮੇਰਾ ਮੰਨਣਾ ਹੈ ਕਿ ਕਿਸਾਨ ਅੱਜ ਜਿਹੜਾ ਖੜਾ ਹੋਇਆ ਹੈਗਾ, ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈਗਾ, ਬੇਸਿਕਲੀ ਉਹ ਸਾਰੇ ਜਿਹੜਾ ਇਕਨੋਮਿਕ ਗਰੋਥ ਦਾ ਮਾਡਲ ਹੈ ਉਹਨੂੰ ਚੈਲੰਜ ਕਰਦਾ ਹੈਗਾ, ਔਰ ਨਾਲ ਜਿਹੜੇ ਪਬਲਿਕ ਡਿਸਕੋਰਸ ਜਾਂ ਡੈਮੋਕ੍ਰੇਸੀ ਜਾਂ ਹਿਊਮਨ ਰਾਈਟਸ ਨੂੰ ਵੀ ਬਚਾਉਣ ਵਾਸਤੇ ਉਹਦਾ ਜਿਹੜਾ ਅੱਜ ਮੁਕਾਮ ਹੈ ਦੇਖਿਆ ਜਾ ਰਿਹਾ ਹੈਗਾ ਇਸ ਐਂਗਲ ਤੋਂ ਕਿ ਬਈ ਉਹਦੀ ਜਿਹੜੀ ਬੇਸਿਕ ਉਹਦੀ ਰਿਜ਼ਰਵੇਸ਼ਨ ਹੈਗੀਆਂ ਉਹ ਕਿੱਥੇ ਕਿੱਥੇ ਮਹਿਸੂਸ ਹੋਣਗੀਆਂ। ਇਹਦਾ ਮਤਲਬ ਸਾਫ਼ ਹੈ ਕਿ ਇਹ ਅੰਦੋਲਨ ਬਹੁਤ ਹੀ ਵਿਚਿੱਤਰ ਔਰ ਯੂਨੀਕ ਇੱਕ ਅੰਦੋਲਨ ਹੈ, ਔਰ ਇਹਦਾ ਮੈਸੇਜ ਜਿਹੜਾ ਹੈਗਾ ਉਹ ਅਸੀਂ ਦੇਖਾਂਗੇ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਅਮਰੀਕਾ, ਯੂਰਪ ਜਾਂ ਰਿਚ ਡਿਵੈਲਪਡ ਕੰਟਰੀਜ਼ ਵਿੱਚ ਵੀ ਇਹਦੇ ਇੰਪਲੀਕੇਸ਼ਨਸ ਮਹਿਸੂਸ ਹੋਣਗੇ। ਰਿਜ਼ਰਵੇਸ਼ਨ ਤਾਂ ਹੁਣੀ ਤੋਂ ਸ਼ੁਰੂ ਹੋ ਗਏ ਹੈਗੇ ਆ, ਉਹ ਮਹਿਸੂਸ ਹੋਣਗੇ, ਔਰ ਇਹ ਮੇਰਾ ਮੰਨਣਾ ਹੈਗਾ ਕਿ ਇਹ ਜਿਹੜੇ ਪੰਜਾਬ ਦੇ ਕਿਸਾਨ ਜਾਂ ਹਰਿਆਣਾ ਦੇ ਕਿਸਾਨ ਜਾਂ ਦਿੱਲੀ ਦੇ ਆਸ-ਪਾਸ ਦੇ ਪ੍ਰਦੇਸ਼ਾਂ ਦੇ ਕਿਸਾਨ ਜਿਹੜੇ ਉੱਥੇ ਬੈਠੇ ਹੈਗੇ ਦਿੱਲੀ ਦੇ ਆਸ-ਪਾਸ, ਬੇਸਿਕਲੀ ਜਿਹੜੀ ਆਵਾਜ਼ ਲੈ ਕੇ ਆ ਰਹੇ ਹੈ, ਜਿਹੜੀ ਲੜਾਈ ਲੈ ਕੇ ਆ ਰਹੇ ਹੈ, ਉਹ ਆਪਣੇ ਵਾਸਤੇ ਨਹੀਂ ਹੈ, ਉਹ ਗਲੋਬਲੀ ਕਿਸਾਨਾਂ ਵਾਸਤੇ ਵੀ ਬਹੁਤ ਉਹਦਾ ਮਹੱਤਵ ਹੈਗਾ, ਉਹ ਸਮਝਣ ਦੀ ਜ਼ਰੂਰਤ ਹੈਗੀ ਹੈ। ਜੀ ਜੀ, ਬਹੁਤ ਵਧੀਆ। ਪਰ ਸਵਾਲ ਫਿਰ ਉੱਥੇ ਤੁਹਾਡਾ ਮੇਰਾ ਸਵਾਲ ਤੁਹਾਡੇ ਤੱਕ ਇਹ ਹੋਵੇਗਾ ਕਿ ਗਲੋਬਲ ਇਕੋਨਮੀ ਤੇ ਇਹਦਾ ਕਿੰਨਾ ਕੁ ਫਰਕ ਪਵੇਗਾ ਜੀ ਇਸ ਕਿਸਾਨ ਅੰਦੋਲਨ ਦਾ? ਦੇਖੋ, ਗਲੋਬਲ ਇਕੋਨਮੀ ਨੂੰ ਸਮਝਣ ਦੇ ਕਈ ਤਰੀਕੇ ਹੁੰਦੇ ਹੈਗੇ ਆ। ਮੇਰਾ ਮੰਨਣਾ ਇਹ ਹੈ ਕਿ ਭਾਈ ਗਲੋਬਲੀ ਅਗਰ ਅਸੀਂ ਦੇਖਦੇ ਹਾਂ, ਕਿਸਾਨ ਚਾਹੇ ਅਮਰੀਕਾ 'ਚ ਹੋਏ, ਕੈਨੇਡਾ ਵਿੱਚ ਹੋਏ, ਯੂਰਪ ਵਿੱਚ ਹੋਏ, ਜਾਪਾਨ 'ਚ ਹੋਏ, ਆਸਟ੍ਰੇਲੀਆ ਵਿੱਚ ਹੋਏ, ਜਿਹੜੇ ਵੀ ਅਮੀਰ ਦੇਸ਼ ਹੈਗੇ ਆ, ਉਹਨਾਂ ਸਾਰਾ ਵਿੱਚ ਅੱਜ ਐਗਰੀਰੀਅਨ ਡਿਸਟ੍ਰੈਸ ਕਾਫੀ ਸੀਵਰ ਹੈਗਾ, ਬਹੁਤ ਸੀਵਰ ਹੈਗਾ, ਔਰ ਉਹਦਾ ਇੰਪੈਕਟ ਜਿਹੜਾ ਹੈਗਾ ਕਿਉਂ ਐਕਚੁਅਲੀ ਉਹ ਕਿਸਾਨ ਸੀਵਰ ਹੈ, ਕਿਉਂਕਿ ਜੋ ਐਗਰੀਰੀਅਨ ਡਿਸਟ੍ਰੈਸ ਕਿਉਂ ਸੀਵਰ ਹੈਗਾ, ਇੰਨਾ ਭਿਅੰਕਰ ਕਿਉਂ ਹੈਗਾ, ਉਹਦਾ ਕਾਰਨ ਹੈ ਕਿ ਜਿਹੜਾ ਇਕਨੋਮਿਕ ਮਾਡਲ ਅਸੀਂ ਡਿਜ਼ਾਈਨ ਕੀਤਾ ਹੈਗਾ, ਜਿਹੜਾ ਅਸੀਂ ਕਾਰਪੋਰੇਟਾਈਜੇਸ਼ਨ ਆਫ ਐਗਰੀਕਲਚਰ ਕੀਤਾ ਹੈਗਾ ਅਮਰੀਕਾ, ਯੂਰਪ ਜਾਂ ਕੈਨੇਡਾ ਵਿੱਚ ਅਸੀਂ ਦੇਖਦੇ ਹੈਗੇ ਸਪੈਸ਼ਲੀ, ਉਹ ਜਿਹੜਾ ਕਾਰਪੋਰੇਸ਼ਨ ਆਫ ਮਾਡਲ ਹੈ ਉਹਨੇ ਐਗਰੀਕਲਚਰ ਦੇ ਛੋਟੇ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢਿਆ ਹੈਗਾ, ਕਿਸਾਨਾਂ ਨੂੰ ਸੈਕਰੀਫਾਈਸ ਕੀਤਾ ਗਿਆ ਫॉर द ਸੇਕ ਆਫ ਦ ਇੰਡਸਟਰੀ, ਔਰ ਰਿਜ਼ਲਟ ਇਹ ਹੈ ਕਿ ਅੱਜ ਕਿਸਾਨ ਅਗਰ ਉੱਥੇ ਜੀਵਿਤ ਹੈ ਤਾਂ ਸਿਰਫ ਸਬਸਿਡੀਜ਼ ਦੇ ਉੱਪਰ ਆਪਣਾ ਨਿਰਵਾਹ ਕਰ ਰਿਹਾ ਹੈਗਾ। ਜੇ ਤੁਸੀਂ ਸਬਸਿਡੀਜ਼ ਵਿਡਰਾ ਕਰ ਲਓ ਤਾਂ ਐਗਰੀਕਲਚਰ ਕੋਲੈਪਸ ਅਮਰੀਕਾ 'ਚ, ਕੈਨੇਡਾ 'ਚ ਔਰ ਯੂਰਪ ਵਿੱਚ ਵੀ। ਕਹਿਣ ਦਾ ਮਤਲਬ ਇਹ ਹੈ ਕਿ ਅਗਰ ਇਹ ਮਾਰਕੀਟ ਇਕੋਨਮੀ ਜਾਂ ਮਾਰਕੀਟ ਰਿਫਾਰਮਸ ਇਨ ਐਗਰੀਕਲਚਰ ਇੰਨੇ ਅੱਛੇ ਹੁੰਦੇ ਤਾਂ ਮੈਨੂੰ ਕੋਈ ਕਿਸੇ ਨੂੰ ਵੀ ਡਾਊਟ ਨਹੀਂ ਹੋਣਾ ਸੀਗਾ ਕਿ ਵੀ ਆਫਟਰ ਆਲ ਕਿਸਾਨ ਇੰਨੀ ਦੁਵਿਧਾ ਵਿੱਚ ਕਿਉਂ ਹੈਗਾ ਅਮਰੀਕਾ ਔਰ ਯੂਰਪ ਵਿੱਚ। ਮੈਂ ਤੁਹਾਨੂੰ ਦੋ ਤਿੰਨ ਦੱਸਣਾ ਚਾਹਾਂਗਾ। ਅਮਰੀਕਾ ਵਿੱਚ ਪਿਛਲੇ ਸਾਲ 2020 ਵਿੱਚ, ਹਾਲਾਂਕਿ ਉਹ ਇਲੈਕਸ਼ਨ ਈਅਰ ਸੀਗਾ, 2020 ਵਿੱਚ ਅਸੀਂ ਦੇਖਿਆ ਹੈਗਾ ਕਿ $425 ਬਿਲੀਅਨ ਦਾ ਕਰਜ਼ਾ ਕਿਸਾਨਾਂ ਦੇ ਸਿਰ ਤੇ ਖੜਾ ਹੈ, ਔਰ $425 ਬਿਲੀਅਨ ਕਿੰਨੇ 6-7-8 ਦਸ਼ਕ ਹੋ ਗਏ ਹੈਗੇ ਅਮਰੀਕਾ ਵਿੱਚ ਮਾਰਕੀਟ ਓਰੀਐਂਟਡ ਐਗਰੀਕਲਚਰ ਨੂੰ ਫੋਲੋ ਕਰਦੇ ਹੋਏ, ਔਰ ਜੇ ਅੱਜ $425 ਬਿਲੀਅਨ ਦਾ ਕਰਜ਼ਾ ਖੜਾ ਹੈ, ਪਲੱਸ ਅਸੀਂ ਇਹ ਵੀ ਜਾਣਦੇ ਹੈਗੇ ਆ ਕਿ ਅਮਰੀਕਾ ਵਿੱਚ ਜਿਹੜਾ ਰੇਟ ਆਫ ਸੁਸਾਈਡ ਹੈ ਇਨ ਰੂਰਲ ਏਰੀਆਜ਼ ਇਜ਼ 45% ਹਾਇਰ ਦੈਨ ਦੀ ਅਰਬਨ ਏਰੀਆਜ਼, ਮਤਲਬ ਇੰਨੀ ਆਤਮ ਅਮਰੀਕਾ ਵਿੱਚ ਹੋ ਰਹੀ ਹੈਗੀਆਂ। ਤਾਂ ਇਹਦਾ ਕਾਰਨ ਕੀ ਹੈ? ਆਫਟਰ ਆਲ ਅਗਰ ਇਹ ਮਾਰਕੀਟ ਇਕਨੋਮਿਕ ਡਿਜ਼ਾਈਨ ਇੰਨਾ ਅੱਛਾ ਹੁੰਦਾ ਤਾਂ ਦੇਰ ਇਜ਼ ਨੋ ਰੀਜ਼ਨ ਕਿ ਕਿਸਾਨਾਂ ਦਾ ਇਹ ਦੁਰਦਸ਼ਾ ਹੋਣੀ ਸੀਗੀ। ਤੇ ਮਤਲਬ ਸਾਫ਼ ਹੈ ਕਿ ਜਦ ਹਿੰਦੁਸਤਾਨ ਦੇ ਕਿਸਾਨਾਂ ਦੀ ਆਵਾਜ਼ ਅਗਰ ਇਹ ਸਕਸੀਡ ਕਰ ਜਾਂਦੇ ਹੈਗੇ ਹੈ, ਇਹ ਅਗਰ ਮਿਨੀਮਮ ਅਸ਼ੋਰਡ ਪ੍ਰਾਈਸ ਇਹਨਾਂ ਨੂੰ ਮਿਲ ਜਾਂਦਾ ਹੈਗਾ ਅਕ੍ਰੋਸ ਦੀ ਬੋਰਡ, ਤੇ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਹੈਗਾ ਉਹਦਾ ਇੰਪਲੀਕੇਸ਼ਨ ਗ੍ਰੇਟਰ ਹੋਏਗਾ ਕਿ ਯੂਰਪ ਦੇ ਕਿਸਾਨ ਵੀ ਚਾਹਣਗੇ, ਕੈਨੇਡਾ ਦੇ ਕਿਸਾਨ ਵੀ ਚਾਹਣਗੇ, ਅਮਰੀਕਾ ਦੇ ਕਿਸਾਨ ਵੀ ਚਾਹਣਗੇ, ਉਹਨਾਂ ਨੂੰ ਵੀ ਅਸ਼ੋਰਡ ਇਨਕਮ ਮਿਲੇ। ਔਰ ਇਹ ਮੈਨੂੰ ਹੁਣ ਪਤਾ ਇਸ ਕਰਕੇ ਚੱਲਦਾ ਕਿਉਂਕਿ ਬਹੁਤ ਸਾਰੇ ਲੋਕੀ ਮੈਨੂੰ ਕਾਲ ਕਰਦੇ ਹੈਗੇ ਦੁਨੀਆ ਭਰ ਤੋਂ, ਉਹ ਪੁੱਛਣਾ ਚਾਹੁੰਦੇ
ਸਾਰੇ ਹਿੰਦੁਸਤਾਨ ਵਿੱਚ ਕੀ ਹੋ ਰਿਹਾ ਹੈਗਾ, ਇਹ ਕਿੱਥੋਂ ਅਸੀਂ ਮਿਨੀਮਮ ਅਸ਼ੋਰਡ ਪ੍ਰਾਈਸ ਦੀ ਗੱਲ ਕਰ ਰਹੇ, ਕਿਉਂਕਿ ਸਾਨੂੰ ਤਾਂ ਕਦੇ ਮਿਲਿਆ ਹੀ ਨਹੀਂ ਹੈਗਾ। ਅਮਰੀਕਾ ਦੇ यूरोप के किसानों को कभी मिनिमम एश्योर्ड प्राइस मिलता है, इसी करके वो सीवियर क्राइसिस विच हैगे है। तो मैनूं लगदा है कि तुसीं कह रहे हो ना कि इंप्लीकेशंस की होणगे, एक इंप्लीकेशन तो यह होएगा कि सारा एग्रीकल्चर जिहड़ा एक उहदी प्राइसिंग पॉलिसी है उहनूं रीडिजाइन करन दा शायद मौका मिलेगा, क्योंकि जब हिंदुस्तान च अगर सक्सेसफुल हो जाते हैं किसान तो फिर वो दूजे किसान भी फॉलो करना चाहेंगे कि भी उत्थे हो गया हुण सानूं भी ये होना चाहिए हैगा। एक गल तो ये होगी। दूसरी गल है कि ट्रेड, ग्लोबल ट्रेड तुसी जानते होगे कि भाई कंपीटिटिवनेस ते एफिशिएंसीज ते जुड़ी होंदी है, जो ਅਸੀਂ आर्गूमेंट देखते ही है। लेकिन ये जो ग्लोबल ट्रेड है ये बेसिकली जब कंपीटिटिव जो ਅਸੀਂ ਕਹਿੰਦੇ ਹੈਗੇ ਉਹ ਐਕਚੁਅਲੀ ਉਹ ਜਿਹੜਾ ਪ੍ਰਾਈਸਿਸ ਹੈਗੇ ਉਹਨੂੰ ਲੋ ਕਰਦੇ ਹੈਗੇ, ਡਿਪਰੈਸ ਕਰਦੇ ਹੈਗੇ ਆ, ਜਿਹਦੇ ਕਰਕੇ ਕਿਸਾਨਾਂ ਨੂੰ ਮਾਰ ਪੈਂਦੀ ਹੈ, ਚਾਹੇ ਉਹ ਯੂਰਪ ਚ ਹੈ, ਅਮਰੀਕਾ ਚ ਹੈ, ਜਾਂ ਮੈਂ ਸੰਖਿਆ ਦੁਨੀਆ ਦੇ ਕਿਸਾਨ ਜਿਹੜੇ ਹੈਗੇ ਆ। ਉਹ ਅਗਰ ਉਹ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚਾਹੁੰਦਾ ਹੈ ਕਿ ਇਹ मिनिमम सपोर्ट प्राइस का जिहड़ा एक मैकेनिज्म है या जिन्होंने ਅਸੀਂ प्रोडक्ट स्पेसिफिक सपोर्ट करने हैं हिंदुस्तान च ਅਸੀਂ MSP के माध्यम नाल देखते हैं, वो एक परमिसिबल लिमिट है 10% की, उन्होंने ਅਸੀਂ क्रॉस कर चुके हैं, तकरीबन 70% ਤੇ अमेरिका का कहना ਅਸੀਂ पहुंच चुके हैं। उन्होंने हुणी हफ्ता 10 दिन पहले ਜਿਹੜਾ WTO इंडिया रिव्यू होया सीगा, WTO ਵਿੱਚ इंडिया ट्रेड रिव्यू होया सीगा, ਉਹਦੇ ਵਿੱਚ ਫਿਰ उन्होंने चैलेंज किया है। लेकिन अपने आप अमेरिका, कैनेडा और यूरोप ਜਿਹੜੇ ਹੈਗੇ ਆ 90% ਆਫ ਦੀ ਵਰਲਡ ਸਬਸਿਡੀਜ਼ ਜਿਹੜੀ ਹੈਗੀ ਆ ਪ੍ਰੋਡਕਟ ਸਪੈਸਿਫਿਕ ਜਿਹਨੂੰ ਅਸੀਂ ਕਹਿੰਦੇ ਹੈਗੇ ਆ $160 ਬਿਲੀਅਨ ਦੀ, ਉਹ ਅਮਰੀਕਾ, ਕੈਨੇਡਾ ਔਰ ਯੂਰਪ ਦਿੰਦਾ ਹੈ। ਉਹਦੇ ਨਾਲ ਕੀ ਹੁੰਦਾ ਕਿ ਇੰਟਰਨੈਸ਼ਨਲ ਪ੍ਰਾਈਸਿਸ ਥੱਲੇ ਗਿਰ ਜਾਂਦੇ ਹੈਗੇ ਆ, ਔਰ ਜਦ ਜਿਹਨੂੰ ਅਸੀਂ ਕਹਿੰਦੇ ਕੰਪੀਟੀਟਿਵ ਗਲੋਬਲ ਕੰਪੀਟੀਟਿਵਨੈਸ, ਜਦ ਇੰਟਰਨੈਸ਼ਨਲ ਪ੍ਰਾਈਸਿਸ ਗਿਰ ਜਾਂਦੇ ਹੈ ਤਾਂ ਸਾਡਾ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈਗਾ ਉਹ ਲੱਗਦਾ ਹੈ ਕਿ ਉਹਨੂੰ ਬਹੁਤ ਜ਼ਿਆਦਾ MSP ਦੇ ਰਹੇ ਅਸੀਂ, ਔਰ ਉਹ ਜ਼ਿਆਦਾ ਹਾਇਰ ਪ੍ਰਾਈਸ ਹੈ, ਹੀ ਇਜ਼ ਇਨਐਫੀਸ਼ੀਐਂਟ। लेकिन रियलिटी विच ऐसा नहीं है। एक्चुअली फैडरल सपोर्ट जी मिलती हैगी है अमीर देशों में, उहदे करके सो कॉल्ड कंपीटिटिवनेस बिल्ट हुई है। एक तो होर मैं आंकड़ा दसना चाहांगा कि 2007 विच अनटैड इंडिया की एक रिपोर्ट आई सीगी, स्टडी आई सीगी, उन्होंने कहा सीगा कि अगर ग्रीन बॉक्स सबसिडीज जिहड़ी तुसीं जानते हो WTO विच नॉन ट्रेड डिस्टॉर्टिंग सबसिडीज नूं किया जाता है, वो सबसिडीज अगर ਅਸੀਂ विड्रॉ कर लेने हैं तो अमेरिका, कैनेडा और यूरोप के जो एग्रीकल्चर एक्सपोर्ट है वो 40% गिर जाते हैं। ਇਹਦਾ ਮਤਲਬ ਸਾਫ਼ ਹੈ ਕਿ ਐਗਰੀਕਲਚਰ ਐਕਸਪੋਰਟ ਜਿਹੜੇ ਹੈਗੇ ਇਹਨਾਂ ਤਿੰਨਾਂ ਬਲੌਕਸ ਤੋਂ ਉਹ ਬੇਸਿਕਲੀ ਸਬਸਿਡੀਜ਼ ਤੇ ਟਿਕੇ ਹੋਏ ਹੈਗੇ ਆ। तो सब्सिडीज विड्रॉ कर लो तो इंडियन एग्रीकल्चर एक्सपोर्ट जो है वो कंपीटिटिव हो जाते हैं, कोट अनकोट उसी भाषा में मैं कहना चाहना है। कहने का मतलब है कि ये डिस्टॉर्शन जी हैगी है ये बहुत जबरदस्त होएगी इंटरनेशनल ट्रेड विच, और इस तरह तुहानूं पहले कहा कि फार्म इकोनॉमी के सारे ढांचे नूं दोबारा सोचण वास्ते मैनूं लगदा ये तो बड़ा इंपैक्ट की हो सकता है किसी भी मूवमेंट का। और कित्थे देखो ना दिल्ली के आस पास जो किसान बैठे हैं वो रियलाइज भी नहीं कर रहे हैं कि साडे नाल असीं जो अज कर रहे हैं ਉਹਦਾ ਇੰਨਾ बड़ा ਉਹਦਾ इंप्लीकेशन देश ਨੂੰ या दुनिया ਨੂੰ सहना पड़ेगा या देखना पड़ेगा। ਇਹਦੇ ਨਾਲ ਨਾਲ ਜਿਹੜੇ ਸ਼ਰਮਾ ਜੀ ਇਹ ਲਾਅ ਬਣੇ ਨੇ ਤਿੰਨੇ ਕਾਨੂੰਨ ਜਿਨ੍ਹਾਂ ਨੂੰ ਕਾਲੇ ਕਾਨੂੰਨਾਂ ਦੇ ਨਾਮ ਤੇ ਜਾਣਿਆ ਜਾ ਰਿਹਾ ਹੈ, ਕਿਸਾਨ ਲਈ ਇਹ ਮਾਰੂ ਨੇ। ਇਹਦੇ ਵਾਸਤੇ ਇਹ ਤਾਂ ਨਹੀਂ ਕਿ ਇਹ ਲਾਅ ਭਾਰਤ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਉਹਨੂੰ ਜਿਹੜਾ ਆਪਾਂ ਕਹਿੰਦੇ ਆ ਕਾਰਪੋਰੇਟ ਕੈਪੀਟਲਿਜ਼ਮ ਉਧਰਲੇ ਪਾਸੇ ਤਾਂ ਨਹੀਂ ਧੱਕ ਕੇ ਲੈ ਜਾਊਗਾ ਜੀ। देखो तुसीं समझण वास्ते सानूं पहले एक देखना पेगा जिथे जिथे दुनिया विच एग्जिस्ट करते सीगे ये जे रिफॉर्म्स ਅਸੀਂ देखिए अमेरिका विच सानूं पहले कह चुका है, यूरोप विच लेट अस ट्राई टू लुक उत्थे की होया। देखो अमेरिका विच मैनूं याद है जब रिचर्ड निक्सन साहब प्रेजिडेंट सीगे और ये मैं गल हैगा 1970 दे अर्ली ईयर्स विच, उस टाइम उन्हां दे जिहड़े सैक्रेटरी साहब सी उन्होंने कहा सीगा गेट बिग और गेट आउट। ये अमेरिका विच होया, कनाडा विच होया, ये यूरोप विच होया। छोटे किसान खेती छड़ के बाहर चले गए, बल्कि मैंने याद है एक 13-14 साल पहले दी खबर सी न्यूयॉर्क टाइम्स की, एक किसान ने उत्थे आत्म हत्या की। नथिंग न्यू, लेकिन मेरे अज तक मैं कभी उन्होंने भुलिया नहीं है और सानू जानना बहुत जरूरी है कि मॉडल देखिए किस तरह सीगा। वो डेयरी फार्मर सीगा, वो डेयरी फार्मर सीगा, ਉਹਦੇ ਕੋਲ इंपोर्ट सारी सोफिस्टिकेटेड टेक्नोलॉजी ਸੀਗੀ, ਉਹਦੇ ਕੋਲ ਜਿਹੜੀ ਮਿਲਕ ਕਾਊ ਸੀਗੀਆਂ ਉਹ ਹਾਈ ਯੀਲਡਿੰਗ ਸੀਗੀਆਂ। तो ਉਹਦਾ ਕੋਈ ਕਾਰਨ ਅਸੀਂ ਹਿੰਦੁਸਤਾਨ 'ਚ ਕਹਿੰਦੇ ਕਿ ਸਾਨੂੰ ਉਹ ਅਮਰੀਕਨ ਡਿਜ਼ਾਈਨ ਲੈ ਕੇ ਆਉਣਾ ਹੈਗਾ ਜੋ ਮੈਂ ਛੋਟੇ ਡੇਅਰੀ ਫਾਰਮ ਦੀ ਗੱਲ ਕਰ ਰਿਹਾ ਹੈਗਾ। ਔਰ ਉਸ ਅਮਰੀਕਨ ਡੇਅਰੀ ਫਾਰਮ ਦਾ ਕਿਉਂਕਿ ਮਿਲਕ ਪ੍ਰਾਈਸਿਸ ਕ੍ਰੈਸ਼ ਕਰ ਗਏ ਤਾਂ ਉਹਨੇ ਆਤਮ ਹੱਤਿਆ ਕੀਤੀ। ਲੇਕਿਨ ਆਤਮ ਹੱਤਿਆ ਕਰਨ ਦਾ ਕਿੰਨਾ ਗੋਰੀ ਉਹਦਾ ਐਟੀਟਿਊਡ ਸੀਗਾ ਜਾਂ ਅਪਰੋਚ ਸੀਗੀ ਕਿ ਉਹਨੇ ਪਹਿਲੇ ਹੀ ਸ਼ਾਟ ਈਚ ਆਫ ਹਿਸ 51 ਕਾਊਸ, ਉਹਨੇ ਆਪਣੇ ਪਹਿਲੇ 51 ਨੂੰ ਗੋਲੀ ਮਾਰੀ, ਫਿਰ ਉਹਨੇ ਆਪਣੇ ਆਪ ਨੂੰ ਗੋਲੀ ਮਾਰੀ। ਮੈਂ ਤਾਂ ਤੁਹਾਨੂੰ इन्ना सीवियर क्राइसिस है अमेरिका विच। और अगर असीं देखिए 1970 के दशक तो 1970 के दशक तो आज तक 93% ऑफ द डेयरी फार्म्स इन अमेरिका हैव क्लोज्ड डाउन, लेकिन फिर भी दूध की बढ़ गई।
ਜੋ ਤੁਹਾਡਾ ਸਵਾਲ ਸੀਗਾ ਕਿ ਕਾਰਪੋਰੇਟ ਐਗਰੀਕਲਚਰ ਦਾ ਕੀ ਇੰਪਲੀਕੇਸ਼ਨ ਹੈ, ਉਹ ਲੈਟਸ ਜੀ ਬਿਲਕੁਲ ਹਾਂਜੀ। ਉਹ 93% ਡੇਰੀ ਫਾਰਮ ਜਦ ਬੰਦ ਹੋ ਗਏ ਇਹਦਾ ਮਤਲਬ ਸਾਫ਼ ਹੈ ਕਿ ਸਾਨੂੰ ਲੱਗਣਾ ਚਾਹੀਦਾ ਕਿ ਵੀ ਮਿਲਕ ਪ੍ਰੋਡਕਸ਼ਨ ਜਿਹੜੀ ਹੈਗੀ ਗਿਰ ਜਾਂਦੀ ਹੈ ਜਾਂ ਘੱਟ ਹੋ ਜਾਂਦੀ ਹੈ। ਲੇਕਿਨ ਅਮਰੀਕਾ ਪ੍ਰੋਡਕਸ਼ਨ ਵੱਧ ਰਹੀ ਹੈ ਔਰ ਉਹਦਾ ਇੰਨੀ ਵੱਧ ਗਈ ਹੈਗੀ ਹੈ ਕਿ ਬਈ ਉਹਦੇ ਨਾਲ ਪ੍ਰਾਈਸਿਸ ਜਿਹੜੇ ਡਿਪਰੈਸ ਹੋ ਗਏ ਕਿਉਂਕਿ ਕਾਰਪੋਰੇਟ ਆ ਗਏ ਹੈਗੇ, ਉਹ ਮੈਗਾ ਡੇਰੀ ਫਾਰਮਸ ਵਗੈਰਾ ਸੈਟਅਪ ਕਰ ਰਹੇ ਹੈਗੇ। ਹੁਣ ਅਮਰੀਕਨ ਗਵਰਨਮੈਂਟ ਕੋਸ਼ਿਸ਼ ਹੈ ਕਿ ਉਹ ਵਾਸਤੇ ਇੱਕ ਮਾਰਕੀਟ ਲੱਭੀ ਜਾਏ ਕਿਉਂਕਿ ਪ੍ਰਾਈਸਿਸ ਦਾ ਡੋਮੈਸਟਿਕਲੀ ਕ੍ਰੈਸ਼ ਕਰ ਗਏ ਤਾਂ ਉਹਨਾਂ ਨੇ ਹੁਣ ਕੈਨੇਡਾ ਨੂੰ ਇੱਕ ਫੋਰਸ ਕੀਤਾ, ਪ੍ਰੈਜ਼ੀਡੈਂਟ ਜਾਂ ਡੋਨਲਡ ਟਰੰਪ ਸੀਗੇ ਫਾਰਮਰ ਪ੍ਰੈਜ਼ੀਡੈਂਟ, ਤਾਂ ਉਹਨਾਂ ਨੇ ਇੱਕ ਕੈਨੇਡਾ ਨਾਲ ਇੱਕ ਟ੍ਰੀਟੀ ਨਾਲ ਟ੍ਰੇਡ ਟ੍ਰੀਟੀ ਵਿੱਚ ਉਹਨਾਂ ਨੇ ਛੋਟੀ ਜਿਹੀ ਇੱਕ ਐਂਟਰੀ ਪਾ ਲਈ ਹੈ ਕਿ ਆਪਣਾ ਦੁੱਧ ਕੈਨੇਡਾ ਨੂੰ ਐਕਸਪੋਰਟ ਕਰਦੇ ਹੋ। ਕੈਨੇਡਾ ਦੇ ਫਾਰਮਰਸ ਦੇ ਆਰ ਅਪਸੈਟ ਐਂਡ ਦੇ ਆਰ ਅਪ ਇਨ ਆਰਮਸ ਕਿ ਬਈ ਇਹ ਬੰਦ ਕਰੋ ਜਾਂ ਸਾਨੂੰ ਵੀ ਸਬਸਿਡੀਜ਼ ਨਾਲ ਬਚਾਓ ਕਰੋ ਸਾਡਾ। ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਛੋਟੇ ਕਿਸਾਨ ਜਿਹੜੇ ਨਿਕਲ ਕੇ ਗਏ ਹੈਗੇ ਆ, ਜੇ ਹਿੰਦੁਸਤਾਨ 'ਚ ਵੀ ਇਹੀ ਹੁੰਦਾ ਹੈਗਾ ਕਿਉਂਕਿ ਉਹੀ ਮਾਡਲ ਅਸੀਂ ਫੋਲੋ ਕਰ ਰਹੇ ਹੈਗੇ ਆ, ਤਾਂ ਉਹ 86% ਸਾਡੇ ਜਿਹੜੇ ਕਿਸਾਨ ਹੈਗੇ ਹਿੰਦੁਸਤਾਨ ਦੇ ਉਹਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈਗੇ, ਛੋਟੇ ਕਿਸਾਨ ਹੈਗੇ। ਜੇ ਅਸੀਂ ਕਾਰਪੋਰੇਟ ਐਗਰੀਕਲਚਰ ਲੈ ਕੇ ਆਨੇ ਆ, ਮੈਂ ਕੀ ਪੁੱਛਣਾ ਚਾਹੁੰਦਾ ਹਾਂ ਕਿਉਂ ਇਹ ਸਾਨੂੰ ਸਭ ਨੂੰ ਜਾਣਨਾ ਚਾਹੀਦਾ ਕਿ ਆਫਟਰ ਆਲ ਅੱਜ ਅਸੀਂ ਜੌਬਲੈਸ ਜੀ ਗਰੋਥ ਜੀ ਬਿਲਕੁਲ ਜੀ, ਥੋੜਾ ਜਿਹਾ ਮੈਨੂੰ ਲੱਗਦਾ ਸ਼ਾਇਦ ਉਹਨਾਂ ਦਾ ਇੰਟਰਨੈਟ ਦੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈਗੀ ਹੈ। ਜੀ ਕੋਈ ਗੱਲ ਨਹੀਂ, ਆਪਾਂ ਗੱਲਬਾਤ ਜਾਰੀ ਰੱਖਾਂਗੇ ਕਿਉਂਕਿ ਜਿਹੜੀ ਸ਼ਰਮਾ ਜੀ ਦੀ ਐਕਸਪਰਟੀ ਹੈ ਨਾ, ਉਹਦੇ ਵਿੱਚ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਵਿਦੇਸ਼ਾਂ ਦੀ ਐਗਜ਼ਾਮਪਲ ਦੇ ਰਹੇ ਨੇ, ਜੇ ਇਹੀ ਮਾਡਲ ਦੁਬਾਰਾ ਰਹਿੰਦਾ ਹੈ ਤੇ ਉਹਦੇ ਨਾਲ ਕਿੰਨਾ ਕੁ ਨੁਕਸਾਨ ਭਾਰਤ ਦੇ ਕੈਪੀਟਲਿਜ਼ਮ ਦੇ ਵਿੱਚ ਆ ਸਕਦਾ ਹੈ। ਕਿਉਂਕਿ ਜਿਹੜਾ ਇਹ ਕੋਸ਼ਿਸ਼ ਕਰ ਰਹੇ ਨੇ ਕਿ ਕਾਰਪੋਰੇਟ ਘਰਾਣਿਆਂ ਦੇ ਨੂੰ ਦੇ ਕੇ ਇਹਦੇ ਨਾਲ ਕੋਈ ਰਿਫਾਰਮ ਆਏਗਾ, ਨਹੀਂ, ਬੜਾ ਵੱਡਾ ਨੁਕਸਾਨ ਹੋ ਸਕਦਾ ਜੀ। ਮੇਰੇ ਖਿਆਲ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸ਼ਰਮਾ ਜੀ, ਮਾਫੀ ਚਾਹੁੰਦੇ ਆ, ਮੇਰੇ ਖਿਆਲ ਦੇ ਵਿੱਚ ਸ਼ਾਇਦ ਨੈਟ ਦੀ ਕੋਈ ਥੋੜੀ ਜਿਹੀ ਪ੍ਰੋਬਲਮ ਆਈ ਸੀ, ਤੇ ਤੁਸੀਂ ਆਪਣੀ ਗੱਲ ਕੰਟੀਨਿਊ ਰੱਖੋ ਜੀ। ਜੀ ਮੈਂ ਇਹ ਕਹਿ ਰਿਹਾ ਸੀਗਾ ਕਿ ਅਗਰ ਇਹ ਜਿਹੜਾ ਮਾਡਲ ਹੈਗਾ ਅਮਰੀਕਾ ਵਿੱਚ ਜਿਹਦੇ ਨਾਲ ਛੋਟੇ ਕਿਸਾਨ ਖੇਤੀ ਚੋਂ ਬਾਹਰ ਚਲੇ ਗਏ ਹੈਗੇ ਆ, ਹਿੰਦੁਸਤਾਨ ਛੋਟੇ ਕਿਸਾਨ ਦੀ ਜਿਹੜੀ ਸ਼ੇਅਰ ਇਨ ਦੀ ਫਾਰਮਿੰਗ ਪੋਪੂਲੇਸ਼ਨ ਹੈ ਉਹ 86% ਫਾਰਮਰਸ ਦੇ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈਗੀ ਹੈ ਹਿੰਦੁਸਤਾਨ 'ਚ। ਇਹ ਜਿਹੜਾ ਮਾਡਲ ਅਸੀਂ ਯੂਰਪ ਵਿੱਚ ਲੈ ਕੇ ਆਏ ਸੀਗੇ, ਇਹ ਮਾਡਲ ਬੜੀ ਲੈਂਡ ਹੋਲਡਿੰਗ ਵਾਸਤੇ ਸੀਗਾ। ਅਮਰੀਕਾ ਦੀ ਲੈਂਡ ਹੋਲਡਿੰਗ 40 ਏਕੜ ਤੋਂ ਜ਼ਿਆਦਾ ਹੈਗੀ ਹੈ ਐਵਰੇਜ ਲੈਂਡ ਹੋਲਡਿੰਗ ਸਾਈਜ਼। ਹਿੰਦੁਸਤਾਨ ਦੀ ਲੈਂਡ ਹੋਲਡਿੰਗ ਸਾਈਜ਼ ਮੈਂ ਤੁਹਾਨੂੰ ਦੱਸਿਆ 5 ਏਕੜ ਤੋਂ ਘੱਟ ਹੈਗੀ ਹੈ। ਜਿਹੜਾ ਮਾਡਲ ਬੜੀ ਲੈਂਡ ਹੋਲਡਿੰਗ 'ਚ ਨਹੀਂ ਕਾਮਯਾਬ ਹੋਇਆ ਹੈ, ਉਹ ਛੋਟੀ ਲੈਂਡ ਹੋਲਡਿੰਗ ਵਿੱਚ ਕਿਸ ਤਰ੍ਹਾਂ ਕਾਮਯਾਬ ਹੋਏਗਾ। ਇੱਕ ਐਗਜ਼ਾਮਪਲ ਸਾਡੇ ਕੋਲ ਦੂਸਰਾ ਹੈ ਕਿ ਕੀਨੀਆ ਨੇ ਵੀ ਕੁਝ ਦਸ਼ਕ ਪਹਿਲੇ ਏਜ ਮਾਰਕੀਟ ਰਿਫਾਰਮਸ ਲੈ ਕੇ ਆਏ, ਉੱਥੇ ਤਾਂ ਛੋਟੀ ਲੈਂਡ ਹੋਲਡਿੰਗ ਹੈਗੀਆਂ, ਅੱਜ ਉੱਥੇ ਵੀ ਐਗਰੀਕਲਚਰ ਇਜ਼ ਇਨ ਅ ਸੀਵੀਅਰ ਕ੍ਰਾਈਸਿਸ। ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਤਰੀਕਾ ਹੈਗਾ ਕਿ ਅਸੀਂ ਸੋਚੀਏ ਕਿ ਮਾਰਕੀਟ ਰਿਫਾਰਮਸ ਜਿਹੜੇ ਹੈਗੇ ਜਾਂ ਮਾਰਕੀਟ ਓਰੀਐਂਟਡ ਐਗਰੀਕਲਚਰ ਇਕਨੋਮੀ ਉਹ ਰਸਤਾ ਹੈਗਾ, ਨਹੀਂ, ਉਹ ਦੁਨੀਆ ਨੇ ਦਿਖਾਤਾ ਹੈਗਾ ਕਿ ਦੈਟਸ ਅ ਫੇਲਿਅਰ। ਮੈਂ ਇਹ ਕਹਿੰਦਾ ਕਿ ਫੇਲਡ ਮਾਡਲ ਅਸੀਂ ਕਿਉਂ ਅਡਾਪਟ ਕਰ ਰਹੇ ਹੈਗੇ ਆ, ਕਿਉਂ ਸਾਨੂੰ ਇਸ ਸਾਡੇ ਇਕਨੋਮਿਸਟ ਨੂੰ, ਮੇਨਲਾਈਨ ਇਕਨੋਮਿਸਟ ਨੂੰ ਇਹ ਸਮਝ ਨਹੀਂ ਆਉਂਦਾ ਕਿ ਵੀ ਹੈਵ ਦੀ ਵਿਜ਼ਨ, ਵੀ ਹੈਵ ਦੀ ਅੰਡਰਸਟੈਂਡਿੰਗ, ਕਿਉਂ ਨਹੀਂ ਅਸੀਂ ਆਪਣੀ ਦੇ ਉੱਪਰ ਇੱਕ ਮਾਡਲ ਬਣਾ ਸਕਦੇ ਹਾਂ, ਕਿਉਂ ਅਸੀਂ ਰਿਫਾਰਮਸ ਹੈਗੇ ਬਾਹਰੋਂ ਬੋਰੋ ਕਰਦੇ ਹੈਗੇ ਆ, ਸਾਨੂੰ ਕੋਈ ਰਸਤਾ ਨਹੀਂ ਦਿਖਦਾ ਹੈਗਾ। ਇਸ ਕਰਕੇ ਇੰਪੋਰਟੈਂਟ ਹੈਗਾ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਅੱਜ ਜੌਬਲੈਸ ਗਰੋਥ ਹੈਗੀ ਹੈ। ਇੰਡਸਟਰੀਅਲ ਕਾਰਪੋਰੇਸ਼ਨ ਵਿੱਚ ਅਸੀਂ ਜਾਣਦੇ ਹਾਂ ਕਿ ਅੱਜ ਜੌਬਸ ਖਤਮ ਹੋ ਰਹੇ ਆ, ਨਿਕਾਲੇ ਜਾ ਰਹੇ ਆ ਲੋਕੀ ਜੌਬਸ ਵਿੱਚੋਂ, ਇੰਪਲੋਇਮੈਂਟ ਜਾ ਰਹੀ ਹੈ। ਤਾਂ ਮੈਂ ਜਾਣਦਾ ਕਿ ਬਈ ਜੇ ਦੁਨੀਆ ਵਿੱਚ ਜਦ ਜੌਬਲੈਸ ਗਰੋਥ ਹੈ, ਵਾਈ ਡੂ ਵੀ ਵਾਂਟ ਜੌਬਲੈਸ ਐਗਰੀਕਲਚਰ? ਵਾਈ want some corporates to do agriculture for the entire country? ਅਸੀਂ ਕਿਉਂ ਨਹੀਂ ਕਰ ਸਕਦੇ ਜੋ ਮਹਾਤਮਾ ਗਾਂਧੀ ਨੇ ਇੱਕ ਵਾਰ ਕਿਹਾ ਸੀਗਾ ਕਿ what India needs is production by the masses, not production for the masses. ਸਾਨੂੰ ਇਹ ਪ੍ਰਿੰਸੀਪਲ ਚਾਹੀਦਾ ਹੈ ਕਿਉਂਕਿ 60 ਕਰੋੜ ਲੋਕ ਖੇਤੀ ਨਾਲ ਜੁੜੇ ਹੈਗੇ ਆ। 60 ਕਰੋੜ ਲੋਕਾਂ ਕੀ ਕਰੋਗੇ ਅਗਰ ਉਹ ਖੇਤੀ ਨਹੀਂ ਕਰਨਗੇ ਤਾਂ ਉਹਨਾਂ ਦਾ ਕੀ ਕਰੋਗੇ? ਤੁਸੀਂ ਮਨਰੇਗਾ ਨਾਲ ਡਿਪੈਂਡ ਸੋਚਦੇ ਹੋ ਕਿ ਉਹ ਡਿਪੈਂਡੈਂਟ ਰਹਿਣ, ਕਿ ਦਿਹਾੜੀ ਤੇ ਮਜ਼ਦੂਰ ਬਣ ਜਾਣ। ਹੁਣ ਦੇਖੋ ਨਾ, ਸਾਡੇ ਹਿੰਦੁਸਤਾਨ 'ਚ ਇੱਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸੀਗੇ ਰਘੂਰਾਮ ਰਾਜਨ ਸਾਹਿਬ, ਉਹਨਾਂ ਨੇ ਇੱਕ ਇੰਟਰਵਿਊ ਦੇ ਹਾਲ ਤੱਕ ਉਹਨਾਂ ਨੇ ਕਿਹਾ the biggest reforms in India will be when we are able to push people from agriculture into the urban areas, because urban areas ਵਿੱਚ cheap labor ਚਾਹੀਦੀ ਹੈ, ਯਾਨੀ urban area ਦਿਹਾੜੀ ਮਜ਼ਦੂਰ ਚਾਹੀਦੇ ਹੈ। ਅਗਰ ਅਸੀਂ ਖੇਤੀ ਚੋਂ ਕਿਸਾਨਾਂ ਨੂੰ ਕੱਢ ਕੇ ਦਿਹਾੜੀ ਮਜ਼ਦੂਰ ਬਣਾਉਂਦੇ ਆ, ਇਹ ਕਿਹੜਾ ਰਿਫਾਰਮ ਹੋਇਆ? Is that a model world is looking forward to? I need to challenge, and that is what the farmers are doing. ਅਸੀਂ ਪੜ੍ਹੇ ਲਿਖੇ ਲੋਕ ਤਾਂ ਇੰਨੇ ਦਸ਼ਕਾਂ ਤੋਂ ਨਹੀਂ ਕੁਝ ਕਰ ਪਾਏ, ਲੇਕਿਨ ਜਿਹਨੂੰ ਅਸੀਂ ਅਨਪੜ੍ਹ ਕਹਿੰਦੇ ਆ ਕਲਾਸ ਕਿਸਾਨਾਂ ਨੂੰ, ਉਹਨਾਂ ਨੇ ਦੁਨੀਆ ਨੂੰ ਇੱਕ ਰਸਤਾ ਦਿਖਾਉਣ ਵਾਸਤੇ ਇੱਕ ਮੁਹਿੰਮ ਛੇੜੀ ਹੈ। ਮੈਨੂੰ ਲੱਗਦਾ ਕਿ ਇਟਸ ਅ ਰਿਮਾਰਕੇਬਲ, ਦੈਟਸ ਵਾਈ ਆਈ ਕਾਲਡ ਇਟ। ਓਕੇ ਸ਼ਰਮਾ ਜੀ, ਤੁਸੀਂ ਰਿਫਾਰਮ ਦੀ ਗੱਲਬਾਤ ਕੀਤੀ ਹੈ, ਮੈਂ ਥੋੜਾ ਜਿਹਾ ਤੁਹਾਨੂੰ ਇੱਥੇ ਟੋਕਣਾ ਚਾਹੁੰਦਾ, ਬਟ ਡੂ ਯੂ ਫੀਲ ਦੈਟ ਰਿਫਾਰਮਸ ਆਰ ਨੈਸੈਸਰੀ ਟੂ transform Indian agriculture?
ਦੇਖੋ ਜੀ, ਰਿਫਾਰਮ ਦਾ ਮਤਲਬ ਇਹ ਨਹੀਂ ਕਿ ਪ੍ਰਾਈਵੇਟਾਈਜੇਸ਼ਨ। ਰਿਫਾਰਮ ਦਾ ਮਤਲਬ ਹੈਗਾ ਕਿ ਅਸੀਂ ਇੰਪਰੂਵਮੈਂਟ ਲੈ ਕੇ ਆਈਏ ਐਗਰੀਕਲਚਰ, ਔਰ ਇੰਡੀਅਨ ਐਗਰੀਕਲਚਰ ਨੂੰ ਇਸ ਸਮੇਂ ਚੇਂਜ ਦੀ ਬਹੁਤ ਜ਼ਰੂਰਤ ਹੈਗੀ ਹੈ। ਅਸੀਂ ਨਾ ਭੁੱਲੀਏ ਕਿ ਤਕਰੀਬਨ ਕਿੰਨੇ 1995 ਤੋਂ ਲੈ ਕੇ ਅਗਰ ਅੱਜ ਤੱਕ ਦੇਖੀਏ ਤਾਂ ਆਫੀਸ਼ੀਅਲੀ 3.64 ਲੱਖ ਫਾਰਮਰਸ ਹੈਵ ਕਮਿਟਡ ਸੁਸਾਈਡ। ਹਰ ਸਾਲ ਤਕਰੀਬਨ 10,000 ਤੋਂ 12,000 ਦੇ ਵਿੱਚ ਕਿਸਾਨ ਆਫੀਸ਼ੀਅਲੀ ਜਿਹੜਾ ਡਾਟਾ ਹੈਗਾ ਆਤਮ ਹੱਤਿਆ ਕਰਦੇ ਹੈਗੇ ਆ। ਔਰ ਐਗਰੀਰੀਅਨ ਕ੍ਰਾਈਸਿਸ ਇੰਨਾ ਸੀਵੀਅਰ ਹੈਗਾ ਹਿੰਦੁਸਤਾਨ ਵਿੱਚ ਕਿ ਇਕਨੋਮਿਕ ਸਰਵੇ 2016 ਦਾ, ਇਹ ਸਰਕਾਰ ਦਾ ਆਪਣਾ ਡਾਕੂਮੈਂਟ ਹੁੰਦਾ, ਤੁਸੀਂ ਜਾਣਦੇ ਹੋ, ਉਹ ਇਕਨੋਮਿਕ ਸਰਵੇ 2016 ਕਹਿੰਦਾ ਹੈ ਕਿ ਹਿੰਦੁਸਤਾਨ ਵਿੱਚ 17 ਰਾਜ ਵਿੱਚ ਤਕਰੀਬਨ ਅੱਧਾ ਦੇਸ਼ ਹੋ ਗਿਆ, ਅੱਧੇ ਦੇਸ਼ ਵਿੱਚ ਕਿਸਾਨਾਂ ਦੀ ਇਨਕਮ 20,000 ਰੁਪਏ ਸਾਲ ਦੀ ਹੈ। 20,000 ਰੁਪਏ ਮਤਲਬ 700 ਰੁਪਏ ਤੋਂ ਵੀ ਘੱਟ ਕਿਸਾਨ ਪਰਿਵਾਰ ਜੀਵਿਤ ਆਪਣਾ ਗੁਜ਼ਾਰਾ ਕਰਦਾ, ਜੀਵਿਤ ਰਹਿੰਦੇ ਹੈਗੇ। ਤੁਸੀਂ ਮੈਨੂੰ ਦੱਸੋ ਕਿ ਅਸੀਂ ਇੱਕ ਗਾਂ ਨਹੀਂ ਪਾਲ ਸਕਦੇ 1700 ਰੁਪਏ 'ਚ। ਇਮੇਜਿਨ ਕਰੋ ਕਿ ਇੱਕ ਪਰਿਵਾਰ ਕਿਸ ਤਰ੍ਹਾਂ ਜੀਵਿਤ ਰਹਿੰਦਾ ਹੋਏਗਾ 1700 ਰੁਪਏ ਵਿੱਚ। ਇਹ ਐਗਰੀਰੀਅਨ ਕ੍ਰਾਈਸਿਸ ਦੀ ਇੱਕ ਰਿਫਲੈਕਸ਼ਨ ਹੈ ਕਿ ਕਿੰਨਾ ਸੀਵੀਅਰਿਟੀ ਹੈਗੀ। ਸੋ ਆਬਵੀਅਸਲੀ ਵੀ ਨੀਡ ਚੇਂਜ ਐਂਡ ਦੇਅਰਫੋਰ ਉਹ ਰਿਫਾਰਮਸ ਲਿਆਉਣ ਦੀ ਜ਼ਰੂਰਤ ਹੈ ਕਿ ਜਿਹੜੇ ਸਾਡੇ ਵਾਸਤੇ ਐਪਲੀਕੇਬਲ ਹੋਣ, ਸਾਡੇ ਵਾਸਤੇ ਉਹਦੀ ਅਨੁਕੂਲਤਾ ਜਿਹਨੂੰ ਕਹਿੰਦੇ ਅਸੀਂ ਕਿ ਫਿਟ ਹੋਣ ਸਾਡੇ ਦੇਸ਼ ਦੀ ਰਿਕੁਆਇਰਮੈਂਟ ਵਾਸਤੇ, ਔਰ ਸਾਡੇ ਛੋਟੇ ਕਿਸਾਨਾਂ ਨੂੰ ਉਹਦੀ ਮਦਦ ਹੋ ਸਕੇ। ਜੇ ਕਿਸਾਨਾਂ ਨੂੰ ਖੇਤੀ ਚੋਂ ਕੱਢ ਕੇ ਰਿਫਾਰਮ ਲੈ ਕੇ ਆਣੇ ਤਾਂ ਉਹ ਤਾਂ ਕੱਟ ਐਂਡ ਪੇਸਟ ਤੁਸੀਂ ਮਾਡਲ ਅਮਰੀਕਾ ਚੋਂ ਕਰਕੇ ਹਿੰਦੁਸਤਾਨ ਚ ਚਿਪਕਾ ਦਿਓ, ਤਾਂ ਉਹ ਤਾਂ ਕੋਈ ਰਿਫਾਰਮ ਨਹੀਂ ਹੋਇਆ ਨਾ। ਤਾਂ ਮੇਰਾ ਕਹਿਣਾ ਹੈ ਕਿ I can't be अपनी strength ਦੇ ਉੱਪਰ, ਆਪਣੀ ਤਾਕਤ ਦੇ ਉੱਪਰ, ਆਪਣੀ ਰਿਕੁਆਇਰਮੈਂਟ ਦੇ ਉੱਪਰ ਅਸੀਂ ਕਿਉਂ ਰਿਫਾਰਮਸ ਨਹੀਂ ਲੈ ਕੇ ਆ ਸਕਦੇ? Why do we have to go by what World Bank or WTO or IMF tells us repeatedly? I think it's time to stand up and say this is not what we require. ਸਾਨੂੰ ਜੋ ਚਾਹੀਦਾ ਸਾਨੂੰ ਪਤਾ ਹੈਗਾ, and let's build up our reforms on that. Okay, ਤੁਸੀਂ ਹੁਣੇ ਗੱਲ ਕਰ ਰਹੇ ਸੀ, ਇਹਦੇ ਨਾਲ ਹੀ ਲਿੰਕ ਸਵਾਲ ਹੈ ਕਿ ਜਿਹੜਾ to deal with this agrarian crisis ਜਿਹੜਾ ਇਸ ਵੇਲੇ ਚੱਲ ਰਿਹਾ ਹੈ, ਇਹਦੇ ਵਾਸਤੇ ਕਿਸ ਤਰ੍ਹਾਂ ਦਾ ਰਿਫਾਰਮ ਆਵੇ? ਵਾਟ ਡੂ ਯੂ ਥਿੰਕ? ਦੇਖੋ ਜੀ, ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਐਗਰੀਕਲਚਰ 'ਚ ਕੀਤੀ ਜਾਣੀ ਚਾਹੀਦੀਆਂ, ਪਰ ਲੇਕਿਨ ਇਸ ਕੰਟੈਕਸਟ ਵਿੱਚ, ਇਸ ਡਿਬੇਟ ਵਿੱਚ ਜੋ ਅੱਜ ਹੋ ਰਹੀ ਹੈਗੀ ਹੈ, ਸਭ ਤੋਂ ਇੰਪੋਰਟੈਂਟ ਹੈ ਕਿਸਾਨ ਜੋ ਮੰਗ ਰਿਹਾ ਹੈਗਾ, ਕਿਸਾਨ ਜੋ ਡਿਮਾਂਡ ਕਰ ਰਿਹਾ ਹੈਗਾ, ਉਹ ਕਹਿ ਰਿਹਾ ਕਿ ਮੈਨੂੰ ਮਿਨੀਮਮ ਅਸ਼ੋਰਡ ਪ੍ਰਾਈਸ ਦਿਓ। ਮਤਲਬ ਮੈਨੂੰ ਹੋਏ ਕਿ ਵੀ ਅਸਲੀ ਆਜ਼ਾਦੀ ਕਿਸਾਨ ਦੀ ਤਾਂ ਹੀ ਹੋਏਗੀ ਜਦ ਉਹਨੂੰ ਪਤਾ ਹੈ ਕਿ ਉਹਨੇ ਟਮਾਟਰ ਲਗਾਏ, ਗੋਭੀ ਲਗਾਈ ਹੈ, ਕਣਕ ਲਗਾਈ, ਜੋ ਵੀ ਲਗਾਇਆ, ਉਹਨੂੰ ਪਤਾ ਹੈ ਕਿ ਭਾਈ ਮਾਰਕੀਟ ਵਿੱਚ ਜਾਵਾਂਗਾ ਤਾਂ ਮੈਨੂੰ ਇੰਨਾ ਤਾਂ ਮਿਲੇਗਾ ਹੀ ਨਾ, ਇੱਕ ਅਸ਼ੋਰਡ ਇਨਕਮ ਮਿਲੇ ਉਹਨੂੰ। ਜਦ ਅਸੀਂ ਸਾਰੇ ਅਸ਼ੋਰਡ ਇਨਕਮ ਤੇ ਰਹਿੰਦੇ ਹੈਗਾ, ਸਾਨੂੰ ਸੈਲਰੀ ਪੈਕੇਟ ਹਰ ਮਹੀਨੇ ਮਿਲਦਾ ਹੈਗਾ, ਵਰਕਰਸ ਨੂੰ ਵੇਜਿਸ, ਮਿਨੀਮਮ ਵੇਜਿਸ ਮਿਲਦੀ ਹੈਗੀਆਂ, ਕਿਉਂ ਨਹੀਂ ਕਿਸਾਨ ਦਾ ਵੀ ਤਾਂ ਹੱਕ ਬਣਦਾ ਹੈਗਾ, ਉਹਨੂੰ ਵੀ ਮਿਲੇ ਇੱਕ ਮਿਨੀਮਮ ਪ੍ਰਾਈਸ, ਉਹਨੂੰ ਅਸ਼ੋਰਡ ਹੋਏ। ਇਹ ਕਿਸਾਨ ਮੰਗ ਰਹੇ ਹੈਗੇ। ਹੁਣ ਇਹਨੂੰ ਕਿਸ ਤਰ੍ਹਾਂ ਸਾਡੇ ਕੋਲ ਹਿੰਦੁਸਤਾਨ 'ਚ ਇੱਕ ਮਾਡਲ ਹੈਗਾ ਜਿਹੜਾ ਦੁਨੀਆ ਨੂੰ ਅਡਾਪਟ ਕਰਨਾ ਚਾਹੀਦਾ, ਦੁਨੀਆ ਨੂੰ ਦੇਖਣਾ ਚਾਹੀਦਾ। ਉਹ ਹੈਗਾ ਕਿ ਜਦ ਰੈਵੋਲੂਸ਼ਨ ਹੋਇਆ ਸੀਗਾ ਹਿੰਦੁਸਤਾਨ ਵਿੱਚ ਤਾਂ ਸਰਕਾਰ ਉਸ ਟਾਈਮ ਦੇ ਪਾਲਿਸੀ ਮੇਕਰਸ ਨੇ 2 ਬੜੇ ਅੱਛੇ ਕਦਮ ਲਏ ਸੀਗੇ, ਐਂਡ ਆਈ ਐਡਮਾਇਰ them for that। 2 ਕਦਮ ਸੀਗੇ, ਉਹਨਾਂ ਨੇ ਇੱਕ ਤਾਂ ਮਿਨੀਮਮ ਸਪੋਰਟ ਪ੍ਰਾਈਸ ਦਾ ਗਠਨ ਕੀਤਾ, ਜਿਹਦਾ ਮਤਲਬ ਇਹ ਸੀਗਾ ਕਿਸਾਨ ਆਪਣਾ ਪ੍ਰੋਡਿਊਸ ਮੰਡੀ ਵਿੱਚ ਲੈ ਕੇ ਆਏਗਾ, ਰੈਗੂਲੇਟਡ ਮੰਡੀਆਂ ਹੋਣਗੀਆਂ ਜਿਹਨੂੰ APMC ਮੰਡੀਆਂ ਕਹਿੰਦੇ ਆ, ਉਹਦੇ ਵਿੱਚ ਲੈ ਕੇ ਆਏਗਾ। ਉੱਥੇ ਜਦ ਉਹਨੂੰ ਦਾਮ ਅੱਛਾ ਨਹੀਂ ਮਿਲੇਗਾ ਤਾਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਸਰਕਾਰ ਨੇ ਫਿਕਸ ਕੀਤਾ, ਉਹ ਸਰਕਾਰ FCI ਦੇ ਮਾਧਿਅਮ ਤੋਂ ਖਰੀਦੇਗੀ। ਇਹ ਸਿਸਟਮ ਪੰਜਾਬ ਹਰਿਆਣੇ ਵਿੱਚ ਸੈਟਅਪ ਹੋਇਆ ਸੀ, ਤੁਹਾਨੂੰ ਪਤਾ ਹੈ, ਕਿਉਂਕਿ ਅੱਜ ਪੰਜਾਬ ਹਰਿਆਣਾ ਹੋ ਗਿਆ, ਉਸ ਟਾਈਮ ਪੰਜਾਬ ਹੀ ਸੀਗਾ, ਕੱਲਾ ਪੰਜਾਬ ਕਹਿ ਲਓ, ਜਾਂ ਕੁਝ ਹੋਰ ਸਟੇਟਸ ਦੇ ਹਿੱਸੇ ਵੀ ਸੀਗੇ। ਲੇਕਿਨ ਇਵੈਂਚੁਅਲੀ ਇਹ ਸੀਗਾ ਕਿ ਭਾਈ ਇੱਕ ਕਿਸਾਨ ਨੂੰ ਇੱਕ ਇਨਸੈਂਟਿਵ ਮਿਲੇ, ਇੱਕ ਅਸ਼ੋਰਡ ਦਾਮ ਮਿਲੇਗਾ ਤਾਂ ਉਹਦੇ ਵਿੱਚ ਉਹਦੀ ਹਿੰਮਤ ਹੋਏਗੀ ਕਿ ਅਗਲੇ ਸਾਲ ਵੀ ਉਸੇ ਫਸਲ ਨੂੰ ਦੁਬਾਰਾ ਲਗਾਏ। ਔਰ ਸਾਨੂੰ ਕਿਉਂਕਿ ਵੀਟ ਐਂਡ ਰਾਈਸ ਚਾਹੀਦਾ ਸੀਗਾ ਉਸ ਟਾਈਮ, ਸਟੇਪਲ ਫੂਡ, ਸੋ ਵੀ ਇਨਕਰੇਜ ਦੈਟ। ਸੋ ਕਿਸਾਨਾਂ ਨੇ ਕਮਾਲ ਕਰਤਾ। ਤੁਸੀਂ ਜਾਣਦੇ ਹੋ ਹਿੰਦੁਸਤਾਨ ਦੀ ਗ੍ਰੀਨ ਰੈਵੋਲੂਸ਼ਨ ਦੀ ਹਿਸਟੋਰਿਕ ਇੰਪੋਰਟੈਂਸ ਹੈਗੀ ਆ, ਸਭ ਅਸੀਂ ਜਾਣਦੇ ਹੈਗੇ। ਅੱਜ ਉਹ ਮਾਡਲ ਹੈਗਾ, ਇਟਸ ਅ ਟਾਈਮ ਟੈਸਟਡ ਮਾਡਲ। ਵਾਈ ਡੋਂਟ ਵੀ ਰੈਪਲੀਕੇਟ ਇਟ ਅਕ੍ਰੋਸ ਦੀ ਕੰਟਰੀ? ਕਿਉਂ ਨਹੀਂ ਸ਼ੋਰ ਕਰੀਏ ਕਿ ਪੰਜਾਬ ਹਰਿਆਣੇ ਵਿੱਚ ਜਿਹੜਾ ਮਾਡਲ ਜਿਹਦੇ ਨਾਲ ਕਿਸਾਨਾਂ ਨੂੰ ਹਾਇਰ ਇਨਕਮ ਮਿਲੀ ਹੈਗੀ ਹੈ, ਚਾਹੇ ਜਿੰਨੀ ਵੀ ਘੱਟ ਹੋਈ ਲੇਕਿਨ ਮਿਲੀ ਹੈਗੀ ਹੈ, ਉਹਨੂੰ ਅਸੀਂ ਕਿਉਂ ਨਹੀਂ ਦੇਸ਼ ਵਿੱਚ ਫੈਲਾਈਏ? ਅੱਜ ਦੇਖੋ ਨਾ, ਸਾਡੇ ਦੇਸ਼ ਵਿੱਚ ਹਿੰਦੁਸਤਾਨ ਵਿੱਚ ਤਕਰੀਬਨ 7,000 APMC ਰੈਗੂਲੇਟਡ ਮੰਡੀਆਂ ਹੈਗੀਆਂ। ਇੱਥੇ ਤਾਂ ਕੋਸ਼ਿਸ਼ ਹੋ ਰਹੀ ਹੈ ਕਿ ਮੰਡੀਆਂ ਹੀ ਖਤਮ ਹੋ ਜਾਣ, ਪਰ ਮੇਰਾ ਇਹ ਮੰਨਣਾ ਹੈਗਾ ਅਗਰ ਤੁਸੀਂ 5 ਕਿਲੋਮੀਟਰ ਰੇਡੀਅਸ ਤੇ ਇੱਕ ਮੰਡੀ ਦੇਣਾ ਚਾਹੁੰਦੇ ਹੋ ਕਿਸਾਨ ਨੂੰ, ਤਾਂ ਤਕਰੀਬਨ ਸਾਨੂੰ 42,000 ਮੰਡੀਆਂ ਚਾਹੀਦੀਆਂ ਹਿੰਦੁਸਤਾਨ। ਇੱਕ ਬੜੀ ਇਨਵੈਸਟਮੈਂਟ। ਅਗਰ ਅਸੀਂ ਪਹਿਲੇ 42,000 ਮੰਡੀਆਂ ਬਣਾ ਦਿੰਦੇ ਹਾਂ ਹਿੰਦੁਸਤਾਨ ਵਿੱਚ, ਉਹਦੇ ਨਾਲ ਕੀ ਹੋਏਗਾ ਕਿ ਕਿਸਾਨ ਨੂੰ ਨਾ ਜਦ ਨਜ਼ਦੀਕ ਹੋਏਗੀ ਮੰਡੀ ਤਾਂ ਉੱਥੇ ਜਾ ਕੇ ਡਿਸਟ੍ਰੈਸ ਸੇਲ ਤੋਂ ਬਚਣਾ ਪੈਂਦਾ ਹੈ, ਮਤਲਬ ਬਚ ਜਾਏਗਾ ਉਹ, ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਭਾਅ ਮਿਲ ਜਾਏਗਾ ਜਾਂ ਉੱਥੇ ਨੈਗੋਸ਼ੀਏਟ ਕਰ ਸਕਦਾ ਹੈ। ਦੂਜੀ ਗੱਲ ਹੈ ਕਿ ਜਦ ਤੁਹਾਡੀਆਂ ਮੰਡੀਆਂ ਹੋ ਜਾਣ, 42,000 ਮੰਡੀਆਂ ਹੋ ਜਾਣ, ਉਹ ਤੋਂ ਪਹਿਲੇ ਅਸੀਂ ਇੱਕ ਸਿਸਟਮ ਸ਼ੁਰੂ ਕਰ ਦਈਏ। ਸਾਡੇ ਕੋਲ ਦੇਸ਼ ਵਿੱਚ 23 ਫਸਲਾਂ ਦੇ ਉੱਪਰ MSP ਅਨਾਉਂਸ ਹੁੰਦਾ ਹੈ ਹਰ ਸਾਲ, ਲੇਕਿਨ ਇਫੈਕਟਿਵਲੀ 2 ਹੀ ਫਸਲਾਂ ਤੇ ਉਹ ਕਾਰਗਰ ਹੋ, ਤੁਸੀਂ ਜਾਣਦੇ ਹੋ। ਤਾਂ ਉਹਨੂੰ ਅੱਜ ਜ਼ਰੂਰਤ ਹੈਗੀ ਕਿ ਸਾਰੇ ਦੇਸ਼ ਵਿੱਚ
23 ਫਸਲਾਂ ਤੇ ਉਹਨੂੰ ਲੀਗਲ ਰਾਈਟ ਬਣਾਤਾ ਜਾਏ, ਕਿਸਾਨ ਦਾ ਅਧਿਕਾਰ ਬਣਾਤਾ ਜਾਏ, ਯਾਨੀ ਉਹ ਤੋਂ ਥੱਲੇ ਟ੍ਰੇਡਿੰਗ ਨਹੀਂ ਹੋਏਗੀ। ਇਹਦਾ ਕੀ ਫਾਇਦਾ ਹੋਏਗਾ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਵੀ ਦੇਣਾ ਚਾਹੁੰਦਾ ਜੀ। ਇੱਕ ਸਟੱਡੀ ਆਈ ਹੈਗੀ ਹੈ ਕਿ ਸਿਰਫ 2 ਮਹੀਨਿਆਂ ਵਿੱਚ, ਅਕਤੂਬਰ ਨਵੰਬਰ ਵਿੱਚ, ਸਰਕਾਰ ਨੇ ਆਪਣੇ ਜਿਹੜੇ ਅੰਕੜੇ ਦਿੱਤੇ ਹੈਗੇ ਆ ਜਿਹਦੇ ਵਿੱਚ ਕਿੰਨੀ ਮਾਰਕੀਟਿੰਗ ਹੋਈ ਹੈ, ਕਿਹੜੀ ਫਸਲਾਂ ਕਿੰਨੀ ਵਿਕੀਆਂ ਹੈਗੀਆਂ, ਉਹਨੂੰ ਦੇਖਿਆ ਜਾਏ, ਉਹਨਾਂ ਸਟੱਡੀ ਕੀਤਾ ਗਿਆ, ਉਹ 'ਚ ਪਾਇਆ ਗਿਆ ਕਿ 2 ਮਹੀਨਿਆਂ ਵਿੱਚ ਅਗਰ ਕਿਸਾਨਾਂ ਨੂੰ MSP ਮਿਲਿਆ ਹੁੰਦਾ, ਜੋ ਬਾਕੀ ਜਿਹੜੀ ਫਸਲਾਂ ਵਿਕੀਆਂ ਹੈਗੀਆਂ ਉਹ MSP ਤੇ ਵਿਕੀਆਂ ਹੁੰਦੀਆਂ, ਤਾਂ ਕਿਸਾਨਾਂ ਨੂੰ 1900 ਕਰੋੜ ਰੁਪਏ ਦਾ ਫਾਇਦਾ ਹੋਣਾ ਸੀ। ਅੱਛਾ, ਹੁਣ ਦੇਖੋ ਜਿਸ ਕਿਸਾਨ ਨੂੰ 20,000 ਰੁਪਏ ਸਾਲ ਦੇ ਮਿਲ ਰਹੇ ਆ, ਤੁਸੀਂ ਸਮਝੋ ਅਗਰ 1900 ਕਰੋੜ ਰੁਪਏ ਦਾ ਫਾਇਦਾ ਹੁੰਦਾ ਹੈ ਤਾਂ ਉਹੀ ਤਾਂ ਹੈ ਸਬਕਾ ਸਾਥ ਸਬਕਾ ਵਿਕਾਸ, ਉਹੀ ਤਾਂ ਹੈ ਭਾਰਤ ਦਾ ਜਿਹੜਾ ਰਸਤਾ ਹੈਗਾ। ਤੇ ਕਿਉਂ ਨਹੀਂ ਅਸੀਂ ਇਹ ਆਪਣੀ ਸਟਰੈਂਥਸ ਹੈਗੀਆਂ ਸਾਡੀਆਂ, MSP ਵੀ, APMC ਰੈਗੂਲੇਟਡ ਮੰਡੀ ਵੀ। ਔਰ ਤੀਸਰੀ ਗੱਲ ਸਰ, ਅਮਰੀਕਾ ਵਿੱਚ US ਡਿਪਾਰਟਮੈਂਟ ਆਫ ਐਗਰੀਕਲਚਰ ਨੇ ਦੱਸਿਆ ਹੈ ਕਿ ਜਿਹੜਾ ਫੂਡ ਡਾਲਰ ਯਾਨੀ $1 ਕੰਜ਼ਿਊਮਰ ਜਦ ਖਰਚਦਾ ਹੈਗਾ ਫੂਡ ਤੇ, ਤਾਂ ਉਹਨੂੰ ਕਿਸਾਨ ਦਾ ਸ਼ੇਅਰ ਸਿਰਫ 8% ਹੈ ਜੀ। ਤਾਂ ਕਿਸਾਨ ਅਮਰੀਕਾ ਵਿੱਚ ਕ੍ਰਾਈਸਿਸ ਵਿੱਚ ਹੈਗਾ, ਉਹ ਸਬਸਿਡੀ ਤੇ ਜੀਵਿਤ ਹੈ, ਕਿਉਂਕਿ ਐਵਰੇਜ ਜਿਹੜੀ ਸਬਸਿਡੀ ਅਮਰੀਕਾ ਦੇ ਕਿਸਾਨ ਨੂੰ ਮਿਲਦੀ ਹੈ ਉਹ $62,000 ਹੈ ਸਾਲ ਦੀ, ਔਰ ਹਿੰਦੁਸਤਾਨ ਚ ਤਕਰੀਬਨ $280 ਦੀ ਸਬਸਿਡੀ ਮਿਲਦੀ ਹੈ ਕਿਸਾਨ ਨੂੰ, ਮੋਸਟਲੀ ਇਨਡਾਇਰੈਕਟ ਸਬਸਿਡੀ ਹੈਗੀ ਹੈ। ਦੂਜੀ ਗੱਲ ਬੜੀ ਇੰਟਰਸਟਿੰਗ ਹੈ ਕਿ ਅਮੂਲ ਡੇਅਰੀ ਤੁਸੀਂ ਜਾਣਦੇ ਹੀ ਹੋ, ਅਮੂਲ ਡੇਅਰੀ ਜਦ ਇਨੀਸ਼ੀਏਟਿਵ ਸ਼ੁਰੂ ਹੋਇਆ ਸੀਗਾ ਤਾਂ ਅਮੂਲ ਡੇਅਰੀ ਦਾ ਜਿਹੜਾ ਅੱਜ ਵੀ ਉਹਨਾਂ ਦੇ MD ਸਾਹਿਬ ਕਹਿੰਦੇ ਹੈਗੇ ਕਿ ਅਗਰ ਤੁਸੀਂ 100 ਰੁਪਏ ਦਾ ਕੋਆਪਰੇਟਿਵ ਦੁੱਧ ਖਰੀਦਦੇ ਹੋ, ਕੋਆਪਰੇਟਿਵ ਦੇ ਡੇਅਰੀਜ਼ ਦਾ ਦੁੱਧ ਖਰੀਦਦੇ ਹੋ ਹਿੰਦੁਸਤਾਨ 'ਚ, ਤਾਂ 70 ਰੁਪਏ ਜਿਹੜੇ ਹੈਗੇ ਯਾਨੀ 70% ਕਿਸਾਨ ਨੂੰ ਜਾਂਦਾ ਹੈ। ਮੇਰਾ ਇਹ ਕਹਿਣਾ ਹੈ ਕਿ ਅਸੀਂ 70% ਜਿਹੜਾ ਕਿਸਾਨ ਨੂੰ ਜਾਂਦਾ ਹੈ ਡੇਅਰੀ ਕੋਆਪਰੇਟਿਵ ਵਿੱਚੋਂ, ਕਿਉਂ ਨਹੀਂ ਅਸੀਂ ਇਹਨੂੰ ਰੈਪਲੀਕੇਟ ਕਰੀਏ ਸਬਜ਼ੀਆਂ ਵਿੱਚ, ਪਲਸਿਸ ਵਿੱਚ, ਫਰੂਟਸ ਵਿੱਚ, ਕਿਉਂ ਨਹੀਂ ਕਰ ਸਕਦੇ ਅਸੀਂ? ਕਿਆ ਜ਼ਰੂਰੀ ਹੈ ਕਿ ਵਰਗੀਜ਼ ਕੁਰੀਅਨ ਸਾਹਿਬ ਦਾ ਇੰਤਜ਼ਾਰ ਕਰਨਾ ਕਿ ਉਹ ਵਾਪਿਸ ਆਉਣ ਤਾਂ ਸਾਨੂੰ ਇਹ ਦਿਖਾਉਣ ਜਰਾ? ਕਿਆ ਸਾਡੇ ਕੋਲ ਇੰਨਾ ਵਿਜ਼ਡਮ ਨਹੀਂ ਹੈ? ਅਸੀਂ ਜਿਹੜਾ ਅਮਰੀਕਾ ਯੂਰਪ ਤੋਂ ਬੋਰੋ ਕਰਦੇ ਹਾਂ ਮਾਡਲ, ਉਹ ਤੋਂ ਚੰਗਾ ਹੈ ਕਿ ਅਸੀਂ ਆਪਣੇ ਜਿਹੜੀ ਸਟਰੈਂਥਸ ਹੈਗੀਆਂ ਉਹਨੂੰ ਬਿਲਡ ਅਪ ਕਰੀਏ, ਔਰ ਜੇ ਕਿਸਾਨ ਨੂੰ 70% ਜਾਂ 60% ਅਲਟੀਮੇਟ ਕੰਜ਼ਿਊਮਰ ਪ੍ਰਾਈਸ ਵਿੱਚੋਂ ਉਹਦਾ ਸ਼ੇਅਰ ਮਿਲ ਜਾਏ, ਮੈਨੂੰ ਲੱਗਦਾ ਕਿ ਉਹ ਤੋਂ ਜ਼ਿਆਦਾ ਇਕਨੋਮਿਕਲੀ ਵਾਇਬਲ ਔਰ ਪ੍ਰੋਫਿਟੇਬਲ ਐਗਰੀਕਲਚਰ ਦਾ ਰਸਤਾ ਕੋਈ ਹੋਰ ਹੋ ਨਹੀਂ ਸਕਦਾ। ਜੀ ਬਿਲਕੁਲ। ਸ਼ਰਮਾ ਜੀ, ਜਿਵੇਂ ਤੁਸੀਂ ਪਹਿਲਾਂ ਗੱਲਾਂ ਦੇ ਵਿੱਚ ਦੱਸਿਆ ਸੀ ਕਿਸਾਨ ਦੀ ਔਸਤਨ ਆਮਦਨ ਦੀ ਗੱਲ ਕੀਤੀ ਸੀ, ਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਹੋਰਾਂ ਅਦਾਰਿਆਂ ਦੇ ਵਿੱਚ ਕਿਸਾਨੀ ਨੂੰ ਛੱਡ ਕੇ ਕਿਸਾਨ ਦੇ ਮੁਕਾਬਲੇ ਹੋਰਾਂ ਅਦਾਰਿਆਂ ਦੇ ਵਿੱਚ ਕਿੰਨਾ ਕੁ ਅੰਤਰ ਆ? ਜਿਵੇਂ ਹੁਣ ਇੱਕ ਛੋਟੀ ਜਿਹੀ ਉਦਾਹਰਨ ਆ ਕਿ 10 ਸਾਲ ਪਹਿਲਾਂ 500 ਨੂੰ ਸੀ ਕਣਕ ਤੇ ਹੁਣ ਉਹ 800 ਨੂੰ ਆ, ਕਿ ਬਾਕੀ ਅਦਾਰਿਆਂ ਦੀ ਵੀ ਗਰੋਥ ਇਸੇ ਤਰ੍ਹਾਂ ਵਧੀ ਆ, ਇਹ ਕਿਸਾਨ ਦੇ ਨਾਲ ਹੀ ਇੰਨਾ ਕਿਉਂ ਆ? ਕਿਸਾਨੀ ਦੀ ਜਿਹੜੀ ਆਮਦਨ ਆ ਉਹ ਕਿਉਂ ਘਟ ਰਹੀ ਹੈਗੀ ਆ? ਉਹਦਾ ਸਰਵਾਈਵ ਕਰਨਾ ਦਿਨ ਬ ਦਿਨ ਖੁਦਕੁਸ਼ੀਆਂ ਵੱਲ ਪਹੁੰਚ ਰਿਹਾ ਹੈਗਾ, ਉਹਦਾ ਹਾਰਡ ਹੋ ਰਿਹਾ, ਕਿ ਬਾਕੀ ਅਦਾਰਿਆਂ ਦੇ ਨਾਲ ਇੰਜ ਕਿਉਂ ਆ? ਉਹਨਾਂ ਦੀ ਗਰੋਥ ਕਿਵੇਂ ਰਹੀ ਆ? ਮੈਨੂੰ ਇਹ ਸਵਾਲ ਤੁਸੀਂ ਬਹੁਤ ਅੱਛਾ ਯਾਦ ਕਰਾਇਆ ਮੈਨੂੰ ਔਰ ਪੁੱਛਿਆ ਹੈਗਾ, ਕਿਉਂਕਿ ਮੈਨੂੰ ਯਾਦ ਹੈ ਕਿ ਇੱਕ ਜਗ੍ਹਾ ਪੁੱਛਿਆ ਗਿਆ ਸੀਗਾ ਔਰ ਉਹ ਮੈਂ ਇੱਕ ਇੰਟਰਵਿਊ ਜਿਹੜੀ ਦਿੱਤੀ ਉਹ ਵਾਇਰਲ ਹੋਈ ਹੈ, ਕਾਫੀ ਸਾਰੀ ਤੁਸੀਂ ਦੇਖੀ ਹੋਏਗੀ ਦੁਨੀਆ ਵਿੱਚ। ਮੈਂ ਕਿਹਾ ਸੀਗਾ ਕਿ 1970 ਵਿੱਚ, ਜਸਟ ਟੂ ਅੰਡਰਸਟੈਂਡ ਕਿ ਕਿਸ ਤਰ੍ਹਾਂ ਵੀ ਹੈਵ ਕੈਪਟ ਐਗਰੀਕਲਚਰ ਡੈਲੀਬਰੇਟਲੀ ਇੰਪਾਵਰਿਸ਼ਡ, ਕਿਉਂਕਿ ਇਕਨੋਮਿਕ ਡਿਜ਼ਾਈਨ ਦਾ ਹਿੱਸਾ ਹੈ ਕਿ ਅਸੀਂ ਲੋਕਾਂ ਨੂੰ ਕੱਢ ਕੇ ਸ਼ਹਿਰ ਵਿੱਚ ਲੈ ਕੇ ਆਉਣਾ ਹੈਗਾ, ਤੇ ਇਹਦੇ ਵਾਸਤੇ ਬੈਸਟ ਤਰੀਕਾ ਇਹ ਹੈ ਕਿ ਤੁਸੀਂ ਐਗਰੀਕਲਚਰ ਨੂੰ ਅਨਇਕਨੋਮਿਕਲ ਕਰਦੇ ਹੋ ਜਾਂ ਉਹਨੂੰ ਅਨਵਾਇਬਲ ਕਰਦੇ ਹੋ, ਲੋਕੀ ਆਪਣੇ ਮਜਬੂਰਨ ਖੇਤੀ ਛੱਡ ਕੇ ਬਾਹਰ ਆਉਣਗੇ। ਇਹ ਮੈਂ ਐਗਜ਼ਾਮਪਲ ਦਾ ਅਸੀਂ ਐਨਾਲਿਸਿਸ ਕੀਤਾ ਸੀਗਾ ਕਿ 1970 ਵਿੱਚ ਗੇਹੂੰ ਦਾ ਜਿਹੜਾ MSP ਸੀਗਾ, ਮਿਨੀਮਮ ਸਪੋਰਟ ਪ੍ਰਾਈਸ ਸੀਗਾ ਉਹ 76 ਰੁਪਏ ਪਰ ਕੁਇੰਟਲ ਸੀਗਾ, 76 ਰੁਪਏ ਪਰ ਕੁਇੰਟਲ। 2015 ਵਿੱਚ ਯਾਨੀ 45 ਸਾਲ ਬਾਅਦ ਉਹ ਵੱਧ ਕੇ 1450 ਰੁਪਏ ਪਰ ਕੁਇੰਟਲ ਹੋ ਗਿਆ, ਜਿਹੜਾ ਅੱਜ ਕੱਲ 1925 ਰੁਪਏ ਪਰ ਕੁਇੰਟਲ ਹੈ। ਲੇਕਿਨ ਮੈਂ ਉਸ ਟਾਈਮ ਦੀ ਗੱਲ ਕਿ ਉਸ ਟਾਈਮ ਦੀ ਅਸੀਂ ਗੱਲ ਦੇਖੀਏ ਤਾਂ ਉਸ ਟਾਈਮ ਇਹ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ 1450 ਰੁਪਏ, ਇਹ ਦਿਸ ਵਾਸ ਐਨ ਇਨਕਰੀਜ਼ ਆਫ 19 ਟਾਈਮਸ, 19% ਨਹੀਂ 19 ਗੁਣਾ बढ़ਿਆ 45 ਸਾਲ ਵਿੱਚ ਕਣਕ ਦਾ ਜਿਹੜਾ ਦਾਮ ਸੀਗਾ। ਔਰ ਅਸੀਂ ਅਗਰ ਉਸੇ ਪੀਰੀਅਡ ਵਿੱਚ ਅਸੀਂ ਇਨਕਮ ਪੈਰਿਟੀ ਨੋਰਮਸ ਦੇਖਣਾ ਚਾਹੀਏ ਕਿ ਬਾਕੀ ਸੈਕਸ਼ਨ ਆਫ ਦੀ ਸੋਸਾਇਟੀ ਦੀ ਇਨਕਮ ਕਿਸ ਤਰ੍ਹਾਂ ਬੜੀ ਹੈਗੀ ਹੈ, ਤਾਂ ਐਨਾਲਿਸਿਸ ਇਹ ਕਹਿੰਦਾ ਸੀਗਾ ਕਿ ਸਰਕਾਰੀ ਮੁਲਾਜ਼ਮ ਦੀ ਇਨਕਮ 120 ਤੋਂ 150 ਗੁਣਾ ਬੜੀ ਹੈ ਇਸ 45 ਸਾਲ ਸਿਰਫ ਬੇਸਿਕ ਪੇ। ਔਰ ਅਗਰ ਯੂਨੀਵਰਸਿਟੀ ਦੇ ਔਰ ਕਾਲਜ ਦੇ ਪ੍ਰੋਫੈਸਰਾਂ ਲੈਕਚਰਰ ਹੈਗੇ ਉਹਨਾਂ ਦੇਖੀਏ ਤਾਂ 150 ਤੋਂ 170 ਗੁਣਾ ਉਹਨਾਂ ਦੀ ਤਨਖਾਹ बढ़ਦੀ ਹੈਗੀ ਹੈ ਬੇਸਿਕ ਪੇ ਹੋਤੀ ਹੈ। ਔਰ ਸਕੂਲ ਟੀਚਰਾਂ ਦੀ 280 ਤੋਂ 320 ਗੁਣਾ बढ़ਦੀ ਹੈਗੀ ਹੈ, ਔਰ ਕਾਰਪੋਰੇਟ ਦੀ 300 ਤੋਂ 1000 ਗੁਣਾ बढ़ਦੀ ਹੈਗੀ ਹੈ, ਔਰ ਕਿਸਾਨ ਦੀ 19 ਗੁਣਾ बढ़ਦੀ ਹੈਗੀ ਹੈ। ਇਹਦਾ ਮਤਲਬ ਕੀ ਹੋਇਆ ਕਿ ਅਗਰ ਬਾਕੀ सोसाइटी की इनकम भी कितने 19 गुना के रेट ना बड़ी होंगी है तो तुम मनोगे कि बहुत सारे आत्महत्या कर चुके होने से, बहुत सारी नौकरियां छड़ चुके होने से। लेकिन देखो किसान की हिम्मत देखो, इन्ने दशकों तो वो अपना पेट कट के देश का पेट पालता है जी, और वो एक्चुअली देश को सबसिडाइज किसान कर रहा है। और सिर्फ हिंदुस्तान च नहीं, कैनेडा च भी तुम मनो कि तुहाडे किसान जिहड़े हैगे तुहाडी कंट्री को सबसिडाइज वो करते पे हैगे, अमेरिका विच भी, यूरोप विच भी, आस्ट्रेलिया विच। आस्ट्रेलिया के किसान नेता ने कुछ साल पहले कहा सीगा कि वी आर टायर्ड ऑफ सबसिडाइजिंग द कंट्री।
ਔਰ ਸੱਚੀ ਗੱਲ ਹੈ, ਦੁਨੀਆ ਵਿੱਚ ਅੱਜ ਸਾਰਾ ਇਕਨੋਮਿਕ ਡਿਜ਼ਾਈਨ ਹੈ, ਜਿਹੜਾ ਇਕਨੋਮਿਕ ਮਾਡਲ ਹੈ, ਇਕਨੋਮਿਕ ਗਰੋਥ ਦਾ ਮਾਡਲ ਹੈ, ਉਹ ਟਿਕਿਆ ਹੋਇਆ ਹੈ ਐਗਰੀਕਲਚਰ ਦੀ ਸੈਕਰੀਫਾਈਸ ਦੇ ਉੱਪਰ। ਔਰ ਸਾਨੂੰ ਆਮ ਜਿਹੜੇ ਜਨਤਾ ਹੈਗੀ ਹੈ, ਜਿਹੜੀ ਸ਼ਹਿਰਾਂ ਵਿੱਚ ਰਹਿੰਦੀ ਹੈ, ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਬਸਿਡਾਈਜ਼ ਕੀਤਾ ਜਾਂਦਾ। ਮੈਂ ਤੁਹਾਨੂੰ ਛੋਟਾ ਜਿਹਾ ਇੱਕ ਉਦਾਹਰਨ ਦੇਣਾ ਜੀ। OECD is the Organization for Economic Cooperation and Development, the richest trading bloc. OECD ਇੱਕ ਸਟੱਡੀ ਆਉਂਦੀ ਹੈ ਹਿੰਦੁਸਤਾਨ ਵਿੱਚ, ਇੱਕ ਦਿੱਲੀ ਦਾ ਥਿੰਕ ਟੈਂਕ ਹੈਗਾ, ਉਹ ਕਹਿੰਦੀ ਹੈ ਕਿ ਹਿੰਦੁਸਤਾਨ ਦੇ ਕਿਸਾਨਾਂ ਨੂੰ ਸਨ 2000 ਤੋਂ ਲੈ ਕੇ 2016-17 ਯਾਨੀ 16 ਸਾਲ ਦੇ ਵਿੱਚ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਕਿਉਂ? ਇਹ ਇਹਨਾਂ ਨੂੰ ਘੱਟ ਦਾਮ ਮਿਲਿਆ ਹੈਗਾ, ਔਰ ਜਿਹਦੇ ਕਰਕੇ ਕੰਜ਼ੂਮਰ ਨੂੰ 25% ਫਾਇਦਾ ਹੁੰਦਾ ਹੈ। ਦੇਖੋ 45 ਕਰੋੜ ਰੁਪਏ ਦਾ ਨੁਕਸਾਨ ਕੋਈ ਛੋਟਾ ਨੁਕਸਾਨ ਨਹੀਂ ਹੈ, ਤੁਸੀਂ ਬਹੁਤ ਵੱਡਾ ਹੈ। ਅੰਡਰਐਸਟੀਮੇਟ ਮੰਨਦਾ ਹੈ, ਅੰਡਰਐਸਟੀਮੇਟ ਸਮਝਦਾ ਹੈ, ਕਿਉਂਕਿ ਨਾ ਉਹਨਾਂ ਨੇ ਕੁਝ ਇੱਕ ਫਸਲਾਂ ਤੇ ਹੀ ਐਨਾਲਿਸਿਸ ਕਰਕੇ ਇਹਨੂੰ ਦੱਸਿਆ ਸਾਨੂੰ। ਜੇ ਕਿਤੇ ਅਕ੍ਰੋਸ ਦੀ ਸਪੈਕਟਰਮ ਕੀਤਾ ਗਿਆ ਹੁੰਦਾ ਐਗਰੀਕਲਚਰ, ਤਾਂ ਸਾਡਾ ਲਾਸ ਹੋਰ ਵੀ ਹਿਊਜ ਪ੍ਰੋਫਾਊਂਡ ਹੋਣਾ ਸੀਗਾ। ਪਰ ਮੈਂ ਕਹਿਣਾ ਚਾਹੁੰਦਾ ਕਿ 45 ਲੱਖ ਕਰੋੜ ਰੁਪਏ ਦੀ ਕਿਤੇ ਚਰਚਾ ਵੀ ਨਹੀਂ ਹੋਈ ਹਿੰਦੁਸਤਾਨ 'ਚ। ਜੇ ਕਿਤੇ 5 ਕਰੋੜ ਰੁਪਏ ਦਾ ਕਿਤੇ ਨੁਕਸਾਨ ਹੋ ਗਿਆ ਹੁੰਦਾ ਕਾਰਪੋਰੇਟ ਨੂੰ, ਤਾਂ ਹੰਗਾਮਾ ਹੋ ਜਾਣਾ ਸੀਗਾ ਕਿ ਸਭ ਪਾਲਿਸੀ ਪੈਰਾਲਿਸਿਸ ਚੱਲ ਰਿਹਾ, ਇਹਨਾਂ ਨੂੰ ਤੁਸੀਂ ਸਟਿਮੂਲਸ ਦਿਓ, ਪੈਕੇਜ ਦਿਓ, ਇਹਨਾਂ ਨੂੰ ਹੋਰ ਕਰਜ਼ੇ ਮਾਫ ਕਰੋ। ਕਹਿਣ ਦਾ ਮਤਲਬ ਹੈ ਕਿ ਸਾਡੀ ਸੋਚ ਜਿਹੜੀ ਹੈਗੀ ਆ, ਉਹ ਇੰਨੀ ਬਾਇਸਡ ਹੋ ਚੁੱਕੀ ਹੈਗੀ ਹੈ, ਕਿਉਂਕਿ ਅਸੀਂ ਜੋ ਇਕਨੋਮਿਕਸ 101 ਚ ਤੁਸੀਂ ਪੜ੍ਹਿਆ ਜਾਂ ਮੈਂ ਪੜ੍ਹਿਆ ਹੈਗਾ, ਉਹ 'ਚ ਲਿਖਿਆ ਗਿਆ ਕਿ ਇਹ ਜਿਹੜਾ ਇਕਨੋਮਿਕ ਗਰੋਥ ਦਾ ਮਾਡਲ ਹੈ, ਜਿਹਦੇ ਤੇ ਐਗਰੀਕਲਚਰ ਨੂੰ ਸੈਕਰੀਫਾਈਸ ਕਰਨਾ, ਇਟ ਇਜ਼ ਇਨਐਵਿਟੇਬਲ। ਇਹ ਕਿਉਂ ਇਨਐਵਿਟੇਬਲ ਹੈਗਾ? ਕਿਉਂਕਿ ਸਾਨੂੰ ਇੱਕ ਸਿਸਟਮ ਨੇ ਇੱਕ ਐਸਾ ਡਿਜ਼ਾਈਨ ਬਣਾਤਾ ਹੈਗਾ ਕਿ ਜਿਹਦੇ ਵਿੱਚ ਅਸੀਂ ਸੋਚਦੇ ਹਾਂ ਕਿ ਐਗਰੀਕਲਚਰ ਕੈਨ ਨਾਟ ਬੀ ਏ ਪਾਵਰ ਹਾਊਸ ਆਫ ਇਕਨੋਮਿਕ ਗਰੋਥ। ਮੇਰਾ ਕਹਿਣਾ ਹੈਗਾ ਹਿੰਦੁਸਤਾਨ ਦੇ ਕਿਸਾਨ ਜੋ ਅੱਜ ਕਰ ਰਹੇ ਹੈਗੇ ਹੈ, ਇਟ ਸ਼ੋਜ਼ ਔਰ ਡੈਮੋਨਸਟ੍ਰੇਟਸ ਟੂ ਦੀ ਵਰਲਡ, ਅਗਰ ਇਹ ਸਕਸੀਡ ਕਰ ਜਾਂਦੇ ਹੈ, ਅਗਰ ਇਹ ਜਿੱਤ ਜਾਂਦੇ ਹੈ, ਇਹਨਾਂ ਦੀ ਡਿਮਾਂਡ ਮੰਨ ਲਈ ਜਾਂਦੀ ਹੈ, along with the industry can be an engine of growth. We actually need two engines of growth. ਇੱਕ ਤਾਂ ਹੈ ਇੰਡਸਟਰੀ, yes do it, and ਦੂਸਰਾ ਹੈਗਾ ਐਗਰੀਕਲਚਰ। I think it is time to rebuild agriculture across globe, ਚਾਹੇ ਕੈਨੇਡਾ ਹੋਏ, ਚਾਹੇ ਅਮਰੀਕਾ ਹੋਏ ਜਾਂ ਯੂਰਪ ਹੋਏ। ਅੱਛਾ, ਇਹਦੇ ਨਾਲ ਥੋੜਾ ਜਿਹਾ ਦੱਸਿਓ ਕਿ ਜਿਹੜੇ ਇਹ ਲਾਜ਼ ਨੇ, what do you think they will generate more inequality in the society? ਤੁਸੀਂ ਇਹ ਸੋਚ ਰਹੇ ਹੋ ਕਿ ਜਿਹਦੇ ਕਰਕੇ ਸੋਸ਼ਲ ਜਿਹੜਾ ਸਟਰਕਚਰ ਹੈ ਉਹਨੂੰ ਬ੍ਰੇਕ ਥਰੂ ਕਰਨਗੇ? ਦੇਖੋ ਜੀ, ਗੱਲ ਇਹ ਹੈ ਕਿ ਜੋ ਆਪਾਂ ਇੰਨੀ ਦੇਰ ਤੋਂ ਗੱਲ ਕਰ ਰਹੇ ਸੀਗੇ, ਬੇਸਿਕਲੀ ਦੀ ਪੁਆਇੰਟ ਆਈ ਵਾਸ ਟ੍ਰਾਈਂਗ ਟੂ ਕਨਵੇ ਇਜ਼ ਕਿ ਦੈਟ ਇਕਨੋਮਿਕ ਡਿਜ਼ਾਈਨ ਜਿਹਨੂੰ ਮਾਰਕੀਟ ਓਰੀਐਂਟਡ ਅਸੀਂ ਐਗਰੀਕਲਚਰ ਕਹਿੰਦੇ ਹੈਗੇ ਆ, ਉਹ has failed to perform in the developed countries where land holdings are big, and also in poor countries where the land holdings are small. ਮੈਂ ਤੁਹਾਨੂੰ ਕੀਨੀਆ ਦਾ ਐਗਜ਼ਾਮਪਲ ਦਿੱਤਾ ਸੀਗਾ। ਇਹਦਾ ਮਤਲਬ ਸਾਫ਼ ਹੈ ਕਿ ਜੇ ਅਸੀਂ ਹਿੰਦੁਸਤਾਨ 'ਚ ਵੀ ਉਹੀ ਮਾਡਲ ਲੈ ਕੇ ਆਨੇ ਹਾਂ, ਤਾਂ ਅਸੀਂ ਉਹੀ ਇਨਇਕੁਐਲਿਟੀ ਜੋ ਤੁਸੀਂ ਦੇਖ ਰਹੇ ਹੋ ਯੂਰਪ ਔਰ ਅਮਰੀਕਾ ਵਿੱਚ, ਉਹੀ ਇਨਇਕੁਐਲਿਟੀ ਅਸੀਂ ਹਿੰਦੁਸਤਾਨ ਵਿੱਚ ਲੈ ਕੇ ਆਵਾਂਗੇ। ਜੋ ਅਸੀਂ ਇਨਇਕੁਐਲਿਟੀ ਹਿੰਦੁਸਤਾਨ 'ਚ ਲੈ ਕੇ ਆਨੇ ਆ, ਤਾਂ ਸਾਡੀ ਜਿਹੜੀ ਖਾਈ ਹੈਗੀ ਹੈ ਇਨਕਮ ਇਕੁਐਲਿਟੀ, ਉਹ ਬਹੁਤ ਇਨਕਮ ਇਨਇਕੁਐਲਿਟੀ ਉਹ ਬਹੁਤ ਹੋਰ ਵੱਧ ਜਾਏਗੀ। ਇੱਕ ਮੈਂ ਜਿਹੜੀ ਪੜ੍ਹ ਰਿਹਾ ਸੀਗਾ, ਉਹ ਇਹ ਕਹਿੰਦਾ ਹੈਗਾ ਕਿ ਜੋ ਟੌਪ 1% ਆਫ ਇੰਡੀਆ ਕੋਲ ਜਿਹੜੀ ਵੈਲਥ ਹੈਗੀ ਹੈ, ਇਟ ਇਜ਼ 4 ਟਾਈਮਸ ਦੀ ਵੈਲਥ ਆਫ 73% ਆਫ ਇੰਡੀਆ। 1% ਹੈਗੀ ਆ ਆਲਰੇਡੀ, ਉਹ 4 ਟਾਈਮਸ ਦੀ ਵੈਲਥ ਆਫ 73% ਇੰਡੀਆ। ਜੇ ਆਪਾਂ ਇਹ ਮਾਡਲ ਲੈ ਕੇ ਆਵਾਂਗੇ, ਮੇਰਾ ਮੰਨਣਾ ਕਿ ਉਹ ਜਿਹੜੀ ਖਾਈ ਹੈ ਹੋਰ ਵੱਧ ਜਾਏਗੀ। ਆਈ ਡੋਨਟ ਨੋ ਉਸ ਤੋਂ ਕਿਤੇ ਨਿਕਲ ਸਕਾਂਗੇ। ਲੇਕਿਨ ਜਿਹੜਾ ਇਹ ਕਿਸਾਨ ਜਿਹੜੀ ਮੂਵਮੈਂਟ ਕਰ ਰਹੇ ਹੈਗੇ ਆ, ਵਿਚ ਇਜ਼ ਫਾਰਮਰਸ ਮੂਵਮੈਂਟ, ਇਹ ਜਿਹੜੀ ਮੂਵਮੈਂਟ ਹੈਗੀ ਹੈ, ਇਹ ਐਕਚੁਅਲੀ ਉਸ ਡਿਵਾਈਡ ਨੂੰ ਬ੍ਰਿਜ ਕਰਦੀ ਹੈਗੀ ਹੈ। ਉਹ ਉਸ ਜਿਹੜੀ ਇਨਇਕੁਐਲਿਟੀ ਨੂੰ ਉਹ ਬਹੁਤ ਕਮ ਹੱਦ ਤੱਕ ਕਮ ਕਰਨ ਦੀ क्षमता ਰੱਖਦੀ ਹੈਗੀ ਹੈ। ਕਿਉਂਕਿ ਜਿਸ ਦਿਨ ਕਿਸਾਨਾਂ ਦੇ ਹੱਥ ਵਿੱਚ ਪੈਸਾ ਆਏਗਾ, ਔਰ 60 ਕਰੋੜ ਕਿਸਾਨ ਅਗਰ ਜਿਸ ਦੇਸ਼ ਵਿੱਚ ਹੋਣ, ਐਗਰੀਕਲਚਰ ਲੋਕ ਜੁੜੇ ਹੋਣ ਡਾਇਰੈਕਟਲੀ ਇਨਡਾਇਰੈਕਟਲੀ ਐਗਰੀਕਲਚਰ ਨਾਲ, ਤੁਸੀਂ ਦੇਖੋ ਉਹਨਾਂ ਦੇ ਹੱਥ ਵਿੱਚ ਪੈਸਾ ਆਏਗਾ ਤਾਂ ਹੋਰ ਡਿਮਾਂਡ ਕ੍ਰੀਏਟ ਹੋਏਗੀ। ਜਦ ਡਿਮਾਂਡ, ਕਿਉਂਕਿ ਆਫਟਰ ਆਲ ਵੀ ਖਰਚਾ ਕਰਨਗੇ ਨਾ ਮਾਰਕੀਟ ਵਿੱਚ, ਤਾਂ ਉਹ ਡਿਮਾਂਡ ਜਿਹੜੀ ਕ੍ਰੀਏਟ ਹੋਏਗੀ, ਉਹਦੇ ਨਾਲ ਤੁਸੀਂ ਦੇਖੋ ਸਾਡੇ ਵੀਲਸ ਆਫ ਡਿਵੈਲਪਮੈਂਟ ਕਿਸ ਤਰ੍ਹਾਂ ਦੌੜਨਗੇ। ਕਿਉਂਕਿ ਆਫਟਰ ਆਲ ਇੰਨੀ ਬੜੀ ਡਿਮਾਂਡ, ਅਗਰ 60% ਦੇਸ਼ ਖੜਾ ਹੋ ਜਾਂਦਾ ਹੈ, ਜ਼ਿਆਦਾ ਪੈਸਾ ਹੋਏ, ਤਾਂ ਆਬਵੀਅਸਲੀ ਉਹਦੀ ਇਕਨੋਮੀ ਚਮਕੇਗੀ। ਇਹ ਬੂਸਟਰ ਡੋਜ਼ ਟੂ ਦੀ ਇਕਨੋਮੀ ਨਹੀਂ ਹੋਏਗਾ, ਮੇਰਾ ਮੰਨਣਾ ਹੈ ਕਿ ਰਾਕਟ ਡੋਜ਼ ਟੂ ਦੀ ਇਕਨੋਮੀ ਹੋ ਜਾਏਗਾ। ਵਾਹ ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਸ਼ਰਮਾ ਜੀ ਕਿ ਇਕਨੋਮੀ ਹੋਰ ਬੂਸਟ ਹੋਵੇਗੀ, ਕਿਉਂਕਿ ਹੁਣ ਤੇ ਕਿਸਾਨ ਖਰਚਾ ਕਰਨ ਤੋਂ ਪਹਿਲਾਂ 100 ਵਾਰ ਸੋਚਦਾ, ਕਿਉਂਕਿ ਉਹਨੇ ਬੜੀ ਮਿਹਨਤ ਕਰਕੇ ਫਸਲ ਪਾਲੀ ਹੁੰਦੀ ਆ। ਪਤਾ ਨਹੀਂ ਕਦੋਂ ਕੁਦਰਤ ਦੀ ਮਾਰ ਪੈ ਜਾਣੀ, ਫਸਲ ਖਰਾਬ ਹੋ ਜਾਣੀ, ਤੇ ਫਿਰ ਉਹਦੇ ਕੋਲ ਜਿਹੜੀ ਉਨੀ ਆਮਦਨ ਹੁੰਦੀ ਆ, ਧੀ ਪੁੱਤ ਦਾ ਵਿਆਹ ਕਰਨਾ, ਬੱਚਿਆਂ ਨੂੰ ਪੜਾਉਣਾ, 1000 ਵਾਰ ਉਹ ਸੋਚਦਾ ਤੇ 1000 ਵਾਰ ਮਰਦਾ ਸੋਚ ਕੇ ਕਿ ਮੈਂ ਕਿੰਨੀ ਮਿਹਨਤ ਕਰਦਾ ਤੇ ਮੇਰੇ ਪੱਲੇ ਕੀ ਪੈਂਦਾ। ਤੇ ਤੁਸੀਂ ਬਹੁਤ ਬਾਖੂਬ ਕਿਹਾ ਕਿ ਜੇ ਇਹ ਇਕਨੋਮੀ ਖੜਦੀ ਆ, ਜੇ ਕਿਸਾਨਾਂ ਦਾ ਉਹਨਾਂ ਦਾ ਹੱਕ ਮਿਲਦਾ ਆ, ਤੇ ਉਹ ਸਪੈਂਡ ਕਿੱਥੇ ਕਰਨਗੇ? ਕੰਟਰੀ 'ਚ ਹੀ ਕਰਨਗੇ ਨਾ, ਤੇ ਇਹਦੇ ਨਾਲ ਇਕਨੋਮੀ ਦੀ ਗਰੋਥ ਹੋਊਗੀ। ਬੜਾ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ।
ਤੇ ਹੁਣ ਮੇਰਾ ਇੱਕ ਤੁਹਾਡੇ ਤੱਕ ਇਹ ਸਵਾਲ ਆ, ਮੇਰੇ ਬਹੁਤ ਜ਼ਹਿਨ ਦੇ ਵਿੱਚ ਆਇਆ ਕਿ ਤੁਸੀਂ ਬੜੇ ਸੁਲਝੇ ਹੋਏ ਹੋ, ਬਹੁਤ ਸਾਰੀਆਂ ਤੁਹਾਡੀਆਂ ਮੈਂ ਇੰਟਰਵਿਊ ਸੁਣਦੀ ਰਹਿੰਦੀ ਆ, ਬਹੁਤ ਕੁਝ ਅਸੀਂ ਸਿੱਖਦੇ ਆ। ਤੁਸੀਂ ਇੰਨੀ ਰਿਸਰਚ ਕੀਤੀ ਆ, ਇੰਨੀ ਤੁਸੀਂ ਸਟੱਡੀ ਕੀਤੀ ਆ, ਇੰਨੀ ਖੋਜ ਕੀਤੀ ਆ ਕਿ ਤੁਹਾਡੇ ਵਰਗੇ ਸੁਲਝੇ ਹੋਏ ਇਨਸਾਨਾਂ ਨੂੰ ਮੀਟਿੰਗ ਦੇ ਵਿੱਚ ਸੱਦਣਾ ਚਾਹੀਦਾ ਸੀ। ਕਦੇ ਤੁਹਾਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ? ਜਿਹੜੀ ਕਮੇਟੀ ਬਣਾਈ ਗਈ ਸੀ, ਕਈ ਇਹੋ ਜਿਹੇ ਲੋਕ ਆ ਜਿਹੜੇ ਸਲਾਹਾਂ ਦੇ ਰਹੇ ਆ ਕਿਸਾਨਾਂ ਨੂੰ, ਪਰ ਉਹਨਾਂ ਨੂੰ ਕਿਸਾਨੀ ਬਾਰੇ ਕੁਝ ਨਹੀਂ ਪਤਾ। ਸੋ ਤੁਹਾਡੇ ਤੱਕ ਨਹੀਂ ਕਿਸੇ ਨੇ ਅਪਰੋਚ ਕੀਤੀ, ਜਾਂ ਕਿਸੇ ਨੇ ਤੁਹਾਡੇ ਤੱਕ ਕਿਹਾ ਨਹੀਂ ਕਿ ਇਸ ਕਮੇਟੀ ਦੇ ਤੁਹਾਨੂੰ ਹੋਣਾ ਚਾਹੀਦਾ ਸੀ, ਕਿਉਂਕਿ ਤੁਸੀਂ ਬੜੇ ਅੱਛੇ ਤੇ ਸੁਲਝੇ ਹੋਏ ਸਲਾਹਕਾਰ ਹੋ? ਦੇਖੋ ਜੀ, ਗੱਲ ਇਹ ਹੈ ਕਿ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ਦਾ ਜਿਹੜਾ ਇਕਨੋਮਿਕ ਡਿਜ਼ਾਈਨ ਹੈ, ਜਾਂ ਜਿਹੜਾ ਪੋਲੀਟੀਕਲ ਇਕਨੋਮੀ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ, ਚਾਹੇ ਉਹ ਐਕੈਡੈਮਿਕ ਵਰਲਡ ਹੋ, ਚਾਹੇ ਉਹ ਰਿਸਰਚ ਓਰੀਐਂਟਡ ਹੋ, ਚਾਹੇ ਐਲੀਟ ਹੋਣ ਜਾਂ ਇੰਟੈਲੀਜੈਂਸੀਆ ਹੈ, ਉਹ ਅੱਜ ਕੱਲ੍ਹ ਇਸ ਮਹਿਸੂਸ ਕਰਦਾ ਹੈ ਕਿ ਬਈ ਅਸੀਂ ਅਗਰ ਮੁੱਖ ਧਾਰਾ ਨਾਲ ਨਹੀਂ ਦੌੜ ਰਹੇ ਹੈਗੇ ਆ ਤਾਂ ਯੂ ਆਰ ਆਊਟ ਆਫ ਦੀ ਰੇਸ। ਔਰ ਨਾ ਹੀ ਕੋਈ ਚਾਹੁੰਦਾ ਹੈਗਾ ਕਿ ਬਈ ਉਹ ਆਵਾਜ਼ਾਂ ਜਿਹੜੀ ਹੈਗੀਆਂ ਇੰਪੋਰਟੈਂਟ, ਜਿਹੜੀਆਂ ਚੈਲੰਜ ਕਰ ਰਹੀਆਂ ਇਸ ਡਿਜ਼ਾਈਨ ਨੂੰ, ਜਾਂ ਦੁਨੀਆ ਉਸ ਮਾਡਲ ਨੂੰ ਫੇਸ ਕਰ ਰਿਹਾ, ਉਹਦੇ ਕੌਨਸੀਕੁਐਂਸ, ਕਲਾਈਮੇਟ ਚੇਂਜ ਇਜ਼ ਵਨ ਕਲਾਸੀਕਲ ਐਗਜ਼ਾਮਪਲ, ਔਰ ਐਗਰੀਕਲਚਰ ਜਿਹੜੀ ਡਿਸਟਰਕਸ਼ਨ ਹੋਈ ਹੈ ਦੁਨੀਆ ਵਿੱਚ, ਉਹ ਅਨਦਰ ਐਗਜ਼ਾਮਪਲ। ਉਹਨੂੰ ਰੀਬਿਲਡ ਕਰਨ ਵਾਸਤੇ ਉਹ ਜਿਹੜੇ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਸੋ ਕਾਲਡ ਐਕਸਪਰਟਸ ਜਾਂ ਥਿੰਕਰਸ ਜਾਂ ਜੋ ਵੀ ਪਲੈਨਰਸ ਹੈਗੇ ਆ, ਉਹ ਨਹੀਂ ਕਰਨਾ ਚਾਹੁੰਦੇ, ਕਿਉਂਕਿ ਲੌਬੀ ਡੋਮੀਨੈਂਟ ਜਿਹੜੀ ਸੋਚ ਹੈਗੀ ਆ ਉਹ ਇੱਕ ਦੂਜੀ ਤਰਫ ਜਾ ਰਹੀ ਹੈਗੀ ਹੈ, ਔਰ ਸਾਰੇ ਉਸੇ ਗੰਗਾ ਵਿੱਚ ਨਹਾਉਣਾ ਚਾਹੁੰਦੇ ਹੈਗੇ ਆ, ਕਿਉਂਕਿ ਗੈਟਿੰਗ ਆਊਟ ਆਫ ਦੈਟ ਮੀਨਸ ਕਿ ਤੁਸੀਂ ਚੈਲੰਜ ਕਰੋਗੇ ਤਾਂ ਯੂ ਵਿਲ ਬੀ ਆਊਟ ਆਫ ਰੈਕਨਿੰਗ, ਹੈ ਨਾ। ਉਹ ਤੁਹਾਨੂੰ ਕਿਤੇ ਬੁਲਾਇਆ ਜਾਏਗਾ, ਤੁਹਾਨੂੰ ਕਿਤੇ, ਇਹ ਤਾਂ ਦੁਨੀਆ ਵਿੱਚ ਹੋ ਹੀ ਰਹੇਗਾ। ਪਰ ਮੇਰਾ ਮੰਨਣਾ ਹੈ it is not important ਜੀ ਕਿ ਬਈ ਮੈਨੂੰ ਕਿਉਂ ਨਹੀਂ ਬੁਲਾਇਆ ਗਿਆ। I think it is not important. What is important is ਕਿ ਬਈ ਕਿਸਾਨਾਂ ਦੀ ਜਿਹੜੀ ਅਸਲੀ ਆਵਾਜ਼ ਹੈ, ਜਿਹੜੀ ਉਹਨਾਂ ਦਾ ਦਰਦ ਹੈਗਾ, ਉਹਨੂੰ ਅਸੀਂ ਸਮਝੀਏ। ਕਿ ਆਪ ਲੋਕ ਦੇਖੋ ਨਾ, ਇੰਨੇ ਦਸ਼ਕਾਂ ਤੋਂ ਕਿਸਾਨਾਂ ਦਾ ਜਿਹੜਾ ਗੁੱਸਾ ਹੈਗਾ ਉਹ ਕੰਪਾਊਂਡ ਹੁੰਦਾ ਗਿਆ ਹੈਗਾ। ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਮੈਂ 2 ਦਸ਼ਕਾਂ ਦੀ ਤੁਹਾਨੂੰ ਮੈਂ ਦੱਸਿਆ ਪਹਿਲੇ ਕਿ ਬਈ 2000 ਤੋਂ ਲੈ ਕੇ 2017 ਪਲੱਸ ਇਕਨੋਮਿਕ ਸਰਵੇ ਦੀ ਗੱਲ ਦੱਸੀ ਹੈ। ਪਰ ਤੁਹਾਨੂੰ ਇੱਕ ਹੋਰ ਰਿਪੋਰਟ ਮੈਂ ਦੱਸਣਾ ਚਾਹੁੰਦਾ ਹੈਗਾ ਟੂ ਟੇਕ ਯੂ ਬਿਫੋਰ ਦੈਟ, ਕਿ ਇੱਕ ਅਨਟੈਡ ਯੂਨਾਈਟਿਡ ਨੇਸ਼ਨ ਦੀ ਇੱਕ ਰਿਪੋਰਟ ਆਈ ਸੀਗੀ, ਮੈਨੂੰ ਹਾਲੇ ਤੱਕ ਯਾਦ ਹੈ। ਉਹਨੇ ਕਿਹਾ ਸੀਗਾ ਕਿ 1980 ਦੇ ਦਸ਼ਕ ਦੇ ਵਿੱਚ, ਮਿਡ 1980 ਤੋਂ ਲੈ ਕੇ 2000 ਦੇ ਮਿਡ ਤੱਕ ਉਹਨਾਂ ਨੇ ਇੱਕ ਸਟੱਡੀ ਕੀਤੀ ਸੀਗੀ। ਉਹਨਾਂ ਨੇ ਕਿਹਾ ਕਿ ਬਈ ਇਸ 20 ਸਾਲ ਦੇ ਪੀਰੀਅਡ ਵਿੱਚ ਗਲੋਬਲੀ ਜਿਹੜਾ ਕਿਸਾਨਾਂ ਦਾ ਆਊਟਪੁੱਟ ਪ੍ਰਾਈਸ ਹੈ ਜਾਂ ਫਾਰਮ ਗੇਟ ਪ੍ਰਾਈਸ ਹੈ, ਇਟ ਹੈਜ਼ ਰਿਮੇਨਡ ਸਟੈਟਿਕ ਔਰ ਫਰੋਜ਼ਨ। ਯਾਨੀ 20 ਸਾਲ ਦੁਨੀਆ ਵਿੱਚ ਜਿਹੜਾ ਤੁਹਾਨੂੰ ਕੋਈ ਵੀ ਦਾਮ ਮਿਲਦਾ ਸੀਗਾ, ਲੈਟਸ ਸੇ ਕਿਸਾਨਾਂ ਨੂੰ ਕਣਕ ਦਾ, ਦੁੱਧ ਦਾ, ਜੋ ਵੀ ਦਾਮ ਮਿਲਿਆ ਹੈਗਾ, ਉਹ 20 ਸਾਲ ਪਹਿਲੇ ਵੀ ਉਨਾ ਹੀ ਮਿਲਦਾ ਸੀਗਾ, ਅਸੀਂ ਅਗਰ ਇਨਫਲੇਸ਼ਨ ਨੂੰ ਐਡਜਸਟ ਕਰਦੇ ਹਾਂ। ਇਹ ਅਨਟੈਡ ਦੀ ਰਿਪੋਰਟ ਹੈ, ਔਰ ਇੱਕ FAO ਦੀ ਰਿਪੋਰਟ ਵੀ ਬਾਅਦ ਚ ਆਉਂਦੀ ਹੈ, ਜਿਹਨਾਂ ਵਿੱਚ ਉਹਨਾਂ ਨੇ 10 ਸਾਲ ਦਾ ਇੱਕ ਆંકੜਾ ਦਿੱਤਾ ਸੀਗਾ। और उस समय अमीर देशों ने तो अपने फार्मर्स को सबसिडीज देके बचा लिया, लेकिन गरीब देश जैसे कि उन्होंने किसान को अपने हवाले से छड़ता या भगवान के भरोसे छड़ता है। यानी तकरीबन 4 दशकों तो किसानों की अनदेखी हुई है। फिर भी जिस समय पहले किया, उन्होंने अपना पेट कट के देश का पेट पालिया है, क्योंकि वो तुसी हले भी देखो कि वो किसान जिहड़े हैगे रिकॉर्ड प्रोडक्शन कर रहे हैं हर साल। ਉਹਦੇ ਬਾਵਜੂਦ ਵੀ ਉਹਨਾਂ ਦਾ ਕੋਈ ਇਸਨੇ ਸੁਧ ਨਹੀਂ ਲਈ। ਸਾਡੀ ਕਿਤੇ ਮਿਡਲ ਕਲਾਸ ਦੀ ਇੱਕ ਬੜੀ ਇਰਰਿਸਪੌਂਸਿਬਲ ਬਿਹੇਵੀਅਰ ਰਿਹਾ ਹੈਗਾ, ਸੌਰੀ ਟੂ ਸੇ ਦਿਸ, ਕਿ ਉਹਨਾਂ ਨੇ ਕਦੀ ਨਹੀਂ ਖੜੇ ਹੋ ਕੇ ਕਿਸਾਨਾਂ ਦੇ ਨਾਲ ਸਾਥ ਦਿੱਤਾ ਹੈ। ਔਰ ਮੈਨੂੰ ਲੱਗਦਾ ਕਿ ਇਹ ਪੰਜਾਬ ਦੀ ਮੂਵਮੈਂਟ ਜਾਂ ਹਿੰਦੁਸਤਾਨ ਦੀ ਮੂਵਮੈਂਟ ਨੇ ਹੁਣ ਦਿਖਾਤਾ ਹੈਗਾ ਕਿ ਸੋਸਾਇਟੀ ਐਟ ਲਾਰਜ ਇਜ਼ ਅੰਡਰਸਟੈਂਡਿੰਗ ਕਿ ਵੀ ਕਿਸਾਨਾਂ ਨਾਲ ਅਣਦੇਖੀ ਹੋਈ ਹੈ। ਜਿੰਨੀ ਸਪੋਰਟ ਮਿਲ ਰਹੀ ਹੈ, ਤੁਸੀਂ ਦੇਖਿਆ ਹੀ ਹੋਵੇਗਾ, ਤੁਹਾਡੇ ਰਿਪੋਰਟਸ ਵੀ ਆਉਂਦੀਆਂ ਹੋਣਗੀਆਂ, ਉਹ ਕਦੇ ਨਹੀਂ ਹੋਈ। ਇਟਸ ਫਿਨੋਮੀਨਲ ਸਪੋਰਟ। ਮੈਂ ਕੱਲ ਚੰਡੀਗੜ੍ਹ ਵਿੱਚ ਜਾ ਰਿਹਾ ਸੀਗਾ ਤਾਂ ਮੈਂ ਦੇਖਿਆ ਹਰ ਚੌਂਕ ਤੇ ਮੁੰਡੇ ਖੜੇ ਆ। ਚੰਡੀਗੜ੍ਹ ਦੀ ਸਿਟੀ ਜਿਹਨੂੰ ਪੱਥਰਾਂ ਦਾ ਸ਼ਹਿਰ ਹੀ ਮੰਨਿਆ ਜਾਂਦਾ ਹੈਗਾ, ਇਟਸ ਅ ਸਿਟੀ, ਬਿਊਟੀਫੁਲ ਸਿਟੀ, ਲੇਕਿਨ ਉਹਦੀ ਲਾਈਫ ਜਿਹੜੀ ਮੰਨੀ ਜਾਂਦੀ ਹੈ ਉਹ ਅਮੀਰ ਲੋਕਾਂ ਦੀ ਹੈਗੀ ਹੈ। ਉੱਥੇ ਵੀ ਕਿਸਾਨ ਵਾਸਤੇ ਮੁੰਡੇ, ਯੰਗ ਮੁੰਡੇ ਜਿਹੜੇ ਹੈਗੇ, ਮੈਂ ਨਹੀਂ ਜਾਣਦਾ ਯੂਨੀਵਰਸਿਟੀ ਤੋਂ ਹੈਗੇ ਜਾਂ ਦੁਕਾਨਦਾਰ ਹੈਗੇ, ਕੌਣ ਹੈਗੇ, ਉਹ ਪਲੇਕਾਰਡ ਲੈ ਕੇ ਖੜੇ ਹੈਗੇ ਆ, ਵੀ ਸਪੋਰਟ ਫਾਰਮਰਸ। ਹਾਂਜੀ, ਫਾਰਮਰ ਦਾ ਦੇਸ਼ ਨਹੀਂ ਹੈ, ਮਤਲਬ ਕਹਿੰਦਾ ਕਿ ਦੇਸ਼ ਸਮਝ, ਸੋਸਾਇਟੀ ਸਮਝ ਰਹੀ ਹੈ, ਔਰ ਤੁਹਾਡੇ ਜਿਹੜੀ ਸਪੋਰਟ ਮੀਡੀਆ ਦੀ ਹੈਗੀ ਹੈ ਉਹਦੇ ਨਾਲ ਹੋਰ ਵੀ ਲੋਕਾਂ ਨੂੰ ਸਮਝ ਆ ਰਿਹਾ ਹੈਗਾ ਕਿ ਬਈ ਅਸੀਂ ਇੰਨੇ ਸਾਲ ਕਿਸਾਨਾਂ ਦੀ ਅਣਦੇਖੀ ਕੀਤੀ ਹੈ। ਲੈਟ ਅਸ ਸਟੈਂਡ ਵਿਦ them ਨਾਓ। ਜਿਨ੍ਹਾਂ ਨੇ ਸਾਨੂੰ ਸਬਸਿਡਾਈਜ਼ ਕੀਤਾ ਇੰਨੇ ਦਸ਼ਕਾਂ ਤੋਂ, ਉਹਨਾਂ ਨੂੰ ਅੱਜ ਸਾਡੀ ਇੱਕ ਟਾਈਮ ਆ ਗਿਆ ਕਿ ਲੈਟਸ ਪੇ them back। ਮਤਲਬ ਕਿ ਬਹੁਤ ਬੜਾ ਮੀਡੀਆ ਦੀ ਕੰਟਰੀਬਿਊਸ਼ਨ ਹੈਗੀ ਹੈ ਗਲੋਬਲੀ, ਐਂਡ ਆਈ ਥਿੰਕ ਫਾਰਮਰਸ ਵਿਲ ਰਿਮੇਨ ਗ੍ਰੇਟਫੁਲ ਫॉर दैट। ਜਿਹੜੀ ਗੱਲ ਤੁਸੀਂ ਚੰਡੀਗੜ੍ਹ ਦੀ ਸ਼ਰਮਾ ਜੀ ਕੀਤੀ ਹੈ, ਸਾਡੇ ਵੈਨਕੂਵਰ ਤੋਂ ਐਬਸਫੋਰਡ ਤਕਰੀਬਨ 70 ਕਿਲੋਮੀਟਰ ਤੋਂ ਜ਼ਿਆਦਾ, 70 ਕਿਲੋਮੀਟਰ ਲੰਮਾ ਗੱਡੀਆਂ ਦਾ ਇੱਕ ਕਾਫਲਾ ਜਦੋਂ ਡਾਊਨਟਾਊਨ ਦੇ ਵਿੱਚ ਵੜਦਾ ਹੈ, ਤੇ ਫਿਰ ਇੱਥੋਂ ਦੇ ਜਿਹੜੇ ਭੂਰੇ ਮੂਲ ਦੇ ਲੋਕ ਨੇ, ਯਾਨੀ ਕਿ ਗੋਰੇ ਲੋਕ ਨੇ, ਉਹ ਦੇਖਦੇ ਨੇ ਕਿ ਹਰੇਕ ਗੱਡੀ ਦੇ ਉੱਤੇ ਹਰੇ ਰੰਗ ਦਾ ਝੰਡਾ ਕਿਉਂ ਹੈ, ਕਿਉਂਕਿ ਇਹਦੇ ਨਾਲ ਭਾਰਤ ਦੇ ਵਿੱਚ ਚੱਲ ਰਿਹਾ ਜਿਹੜਾ ਕਿਸਾਨਾਂ ਦਾ ਐਜੀਟੇਸ਼ਨ ਹੈ, ਉਹਦੇ ਨਾਲ ਬੜਾ ਇਫੈਕਟ ਪੈਂਦਾ ਤੇ ਪਤਾ ਲੱਗਦਾ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਐਜੀਟੇਸ਼ਨ ਚੱਲ ਰਿਹਾ ਇਸ ਵੇਲੇ, ਇਹ
ਇੰਡੀਆ ਦਾ ਜਿਹੜਾ ਪੋਲੀਟੀਕਲ ਤੇ ਸੋਸ਼ਲ ਸਟਰਕਚਰ ਹੈ ਇਹਦੇ ਉੱਤੇ ਇਫੈਕਟ ਪਏਗਾ ਇਹਦਾ? ਦੇਖੋ ਜੀ, ਪਹਿਲੀ ਗੱਲ ਤਾਂ ਜੋ ਤੁਸੀਂ ਕਹਿ ਰਹੇ ਸੀਗੇ ਤੁਹਾਡੇ ਵੈਨਕੂਵਰ ਵਿੱਚ ਜਿਹੜੀ ਸਪੋਰਟ ਮਿਲ ਰਹੀ ਹੈਗੀ ਹੈ, ਇਸ ਵਾਕਈ ਹੈ ਕਿ ਦੁਨੀਆ ਦੇ ਹਰ ਕੋਨੇ ਵਿੱਚੋਂ ਸਪੋਰਟ ਆ ਰਹੀ ਹੈਗੀ ਹੈ। ਮੈਂ ਪਹਿਲੇ ਇੱਕ ਇੰਟਰਵਿਊ ਬ੍ਰਾਜ਼ੀਲ 'ਚ ਦੇ ਰਿਹਾ ਸੀਗਾ ਔਰ ਇੱਕ ਇੰਟਰਵਿਊ ਮੈਂ ਇਕਵਾਡੋਰ 'ਚ ਦੇ ਰਿਹਾ ਸੀਗਾ। ਦੈਟ ਟੈਲਸ ਯੂ ਕਿ ਉੱਥੇ ਦੇ ਕਿਸਾਨ ਵੀ ਜਾਣਨਾ ਚਾਹੁੰਦੇ ਹੈਗੇ ਕਿ ਹਿੰਦੁਸਤਾਨ ਵਿੱਚ ਕੀ ਹੋ ਰਿਹਾ ਹੈਗਾ ਜੀ। ਦੂਸਰੀ ਗੱਲ ਸਰ, ਇੱਕ ਮੈਨੂੰ ਅਮਰੀਕਾ ਤੋਂ ਇੱਕ ਕਿਸਾਨ ਦਾ ਫੋਨ ਆਉਂਦਾ ਹੈ, ਉਹ ਮੈਨੂੰ ਕਹਿੰਦਾ ਹੈ ਕਿ ਸਰ ਸਾਨੂੰ ਸਮਝਾਓ, ਮੈਂ ਦੇਖ ਰਿਹਾ ਟੈਲੀਵਿਜ਼ਨ ਤੇ ਕਿ ਬਈ ਹਿੰਦੁਸਤਾਨ ਵਿੱਚ ਇਹ ਹੋ ਰਿਹਾ, ਕਿਸਾਨ ਜਿਹੜੇ ਹੈਗੇ ਪ੍ਰੋਟੈਸਟ ਕਰ ਰਹੇ ਹੈਗੇ, ਪਰ ਸਾਨੂੰ ਇੱਕ ਚੀਜ਼ ਔਰ ਮੈਂ ਵੀ ਜਾਣਨਾ ਚਾਹੁੰਦਾ ਹੈ, ਕਿਉਂਕਿ ਉਹਦੀ ਇੱਕ ਸਟੇਟਮੈਂਟ ਸੁਣੋ ਹੁਣ। ਉਹਨੇ ਕਿਹਾ ਕਿ living in debt all through your life is living in hell। ਔਰ ਤੁਸੀਂ ਸਾਰੀ ਜ਼ਿੰਦਗੀ ਕਿਸਾਨ ਕਰਜ਼ੇ ਵਿੱਚ ਰਹਿੰਦਾ ਹੈਗਾ, ਉਹ ਤੋਂ ਜ਼ਿਆਦਾ ਨਰਕ ਹੈਗਾ ਕਿਸਾਨ। ਕਿ ਮੈਂ ਉਹਨੂੰ ਕਿ ਸਾਡੇ ਚਰਨ ਸਿੰਘ ਸਾਹਿਬ ਜਦ ਪ੍ਰਾਈਮ ਮਿਨਿਸਟਰ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿਸਾਨ ਕਰਜ਼ੇ ਵਿੱਚ ਪੈਦਾ ਹੁੰਦਾ ਹੈ, ਕਿਸਾਨ ਕਰਜ਼ੇ ਵਿੱਚ ਮਰਦਾ ਹੈ। ਮੈਨੂੰ ਲੱਗਦਾ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਹਿੰਦੁਸਤਾਨ ਦਾ ਜਿਹੜਾ ਅੱਜ ਪ੍ਰੋਟੈਸਟ ਹੈਗਾ, ਐਕਚੁਅਲੀ ਇਹ ਉਸ ਇੰਟਾਇਰ ਸੋਚ ਨੂੰ ਜਾਂ ਇਕਨੋਮਿਕ ਜਿਹੜਾ ਇੱਕ ਡਿਜ਼ਾਈਨ ਹੈ ਉਹਨੂੰ ਚੈਲੰਜ ਕਰ ਰਿਹਾ ਹੈਗਾ। ਇਹਦੇ ਆਬਵੀਅਸਲੀ ਸੋਸ਼ਲ ਐਂਡ ਪੋਲੀਟੀਕਲ ਇਹਦੇ ਇੰਪਲੀਕੇਸ਼ਨ ਹੋਣਗੇ। ਸੋਸ਼ਲ ਇੰਪਲੀਕੇਸ਼ਨ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਕਿਸਾਨ ਅੱਜ ਮਰ ਰਿਹਾ ਹੈਗਾ, ਉਹ ਅਗਰ ਉਹ ਆਪਣਾ ਇੱਕ ਲਾਈਵਲੀਹੁੱਡ ਬਣਾਉਂਦਾ ਹੈਗਾ ਤਾਂ ਐਗਰੀਕਲਚਰ ਅਗਰ ਇੱਕ, ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀਗਾ, ਪਾਵਰ ਹਾਊਸ ਔਰ ਜਾਂ ਇੰਜਨ ਆਫ ਇਕਨੋਮਿਕ ਗਰੋਥ ਬਣ ਜਾਏ ਤਾਂ ਉਹਦਾ ਮਤਲਬ ਹੈ ਕਿ ਐਗਰੀਕਲਚਰ ਦੀ ਜਿਹੜੀ ਲਾਰਜ ਪੋਪੂਲੇਸ਼ਨ ਹੈ ਦੁਨੀਆ ਵਿੱਚ, ਤਕਰੀਬਨ 50% ਦੇ ਆਸ-ਪਾਸ ਲੋਕੀ ਖੇਤੀ ਨਾਲ ਜੁੜੇ ਹੈਗੇ ਆ, ਤਾਂ ਉਹ ਅਗਰ ਸક્ષਮ ਹੋ ਜਾਂਦੇ ਹੈਗੇ ਆ ਜਾਂ ਇਕਨੋਮਿਕਲੀ ਵਾਇਬਲ ਹੋ ਜਾਂਦੇ ਤਾਂ ਉਹ ਸਾਰਾ ਫੋਕਸ ਜਿਹੜਾ ਹੈਗਾ, ਜਿਹੜਾ ਅਰਬਨਾਈਜੇਸ਼ਨ ਦੀ ਤਰਫ ਜਾ ਰਿਹਾ ਹੈਗਾ, ਉਹ ਰਿਵਰਸ ਹੋ ਜਾਂਦਾ ਹੈ। ਇਹ ਬਹੁਤ ਇੰਪੋਰਟੈਂਟ ਹੈ। ਦੁਨੀਆ ਪੁਸ਼ ਕਰ ਰਹੀ ਹੈ ਕਿ ਲੋਕਾਂ ਨੂੰ ਪਿੰਡਾਂ ਚੋਂ ਕੱਢ ਕੇ ਅਸੀਂ ਅਰਬਨ ਏਰੀਆ ਵਿੱਚ ਲੈ ਕੇ ਜਾਈਏ, ਅਰਬਨਾਈਜੇਸ਼ਨ ਹੋਏ। ਔਰ ਅਸੀਂ ਇਹ ਵੀ ਜਾਣਦੇ ਹਾਂ ਕਲਾਈਮੇਟ ਚੇਂਜ ਵਿੱਚ 70% ਰੋਲ ਜਿਹੜਾ ਹੈਗਾ ਉਹ ਅਰਬਨ ਏਰੀਆਜ਼ ਦਾ ਹੈਗਾ। ਤਾਂ ਉਹ ਮੈਨੂੰ ਲੱਗਦਾ ਹੈ ਕਿ ਜਦ ਅਗਰ ਇਹ ਅਸੀਂ ਐਗਰੀਕਲਚਰ ਨੂੰ ਵਾਇਬਲ ਕਰ ਦਿੰਦੇ ਹੈਗੇ ਆ ਇਕਨੋਮਿਕਲੀ, ਤੁਸੀਂ ਕਹਿ ਰਹੇ ਸੀ ਕਿ ਇਨਕਮ ਪੈਰਿਟੀ ਨੋਰਮਸ ਦੇ ਨਾਲ ਅਗਰ ਕਿਸਾਨਾਂ ਨੂੰ ਵੀ ਇਨਕਮ ਸਿਵਲ ਸਰਵੈਂਟ ਦੇ ਹਿਸਾਬ ਨਾਲ ਮਿਲਣੀ ਸ਼ੁਰੂ ਹੋ ਜਾਏ, ਜਾਂ ਉਹ ਤੋਂ ਘੱਟ ਚਲੋ ਸੈਕਿੰਡ ਰੰਗ ਜਾਂ ਥਰਡ ਰੰਗ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਦੇ ਬਰਾਬਰ ਆ ਜਾਏ, ਤਾਂ ਮੈਨੂੰ ਦੇਖੋ we will see the world will witness a reverse migration। ਜਿਸ ਤਰ੍ਹਾਂ ਹੁਣ ਹਿੰਦੁਸਤਾਨ ਵਿੱਚ ਲੋਕਡਾਊਨ ਦੇ 2 ਦਿਨ ਬਾਅਦ ਦੁਨੀਆ ਨੇ ਦੇਖਿਆ ਹੈਗਾ ਕਿ ਕਿਸ ਤਰ੍ਹਾਂ ਲੋਕੀ ਹਜ਼ਾਰਾਂ ਕਰੋੜੋਂ ਲੋਕੀ ਗਏ ਹੈਗੇ ਆ, ਆਪਣੇ ਆਪਣੇ ਪਿੰਡਾਂ ਚੱਲ ਕੇ, ਪੈਦਲ ਚੱਲ ਕੇ ਗਏ ਹੈਗੇ ਆ। 8 ਕਰੋੜ ਲੋਕੀ ਤਕਰੀਬਨ ਇੰਟਰਸਟੇਟ ਔਰ ਇੰਟਰਸਟੇਟ ਮਾਈਗ੍ਰੇਟ ਹੋਏ ਸੀ, ਰਿਵਰਸ ਮਾਈਗ੍ਰੇਸ਼ਨ ਹੋਈ ਸੀਗੀ। ਮੈਨੂੰ ਲੱਗਦਾ ਕਿ ਉਹ ਰਿਵਰਸ ਮਾਈਗ੍ਰੇਸ਼ਨ ਵਾਸਤੇ ਸਾਰੀ ਦੁਨੀਆ ਨੂੰ, ਅਗਰ ਜਿਸ ਤਰ੍ਹਾਂ ਪੰਜਾਬ ਦੇ ਕਿਸਾਨ ਜਾਂ ਹਿੰਦੁਸਤਾਨ ਦੇ ਕਿਸਾਨ ਜੋ ਮੈਸੇਜ ਦੇ ਰਹੇ ਉਹ ਇਹ ਹੈ ਕਿ ਜਿਸ ਦਿਨ ਇਹ ਉਹਨਾਂ ਨੇ ਐਗਰੀਕਲਚਰ ਨੂੰ ਇਕਨੋਮਿਕਲੀ ਵਾਇਬਿਲਿਟੀ ਦਾ ਜਾਂ ਅਸ਼ੋਰਡ ਇਨਕਮ ਦੇਣ ਦੀ ਗੱਲ ਹੋ ਗਈ ਹੈ, ਤਾਂ ਉਹ ਅਸੀਂ ਇੱਕ ਰਿਵਰਸ ਮਾਈਗ੍ਰੇਸ਼ਨ ਦੇਖਾਂਗੇ ਦੁਨੀਆ ਵਿੱਚ, ਕਿ ਉਹ ਲੋਕੀ ਪਿੰਡਾਂ ਵਿੱਚ ਜਾ ਕੇ ਰਹਿਣਾ ਚਾਹਾਂਗੇ, ਕਿਉਂਕਿ ਐਵਰੀਵਨ ਫੀਲਸ ਕਿ ਪਿੰਡਾਂ ਵਿੱਚ ਬਹੁਤ ਅੱਛਾ এনवायरमेंट ਹੈ, ਸਭ ਕੁਝ ਹੈ, ਲੇਕਿਨ ਇਕਨੋਮਿਕ ਵਾਇਬਿਲਿਟੀ ਨਹੀਂ ਹੈ। ਉਹ ਜਿਸ ਦਿਨ ਵਾਇਬਿਲਿਟੀ ਆ ਜਾਏਗੀ ਤੁਸੀਂ ਦੇਖੋਗੇ ਕਿ ਲੋਕੀ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਵਿੱਚ ਜਾਣਗੇ, ਔਰ ਉਹੀ ਸਾਨੂੰ ਇੱਕ ਰਸਤਾ ਚਾਹੀਦਾ, ਕਿਉਂਕਿ ਜੋ ਸਾਡੇ ਪ੍ਰਾਈਮ ਮਿਨਿਸਟਰ ਕਹਿੰਦੇ ਹਰ ਵਾਰ ਸਬਕਾ ਸਾਥ ਸਬਕਾ ਵਿਕਾਸ, ਉਹ ਤਾਂ ਹੀ ਹੋ ਸਕਦਾ ਹੈ ਕਿ ਲਾਰਜ ਪੋਪੂਲੇਸ਼ਨ ਜਿਹੜੀ ਹੈ ਬੈਨੀਫਿਟ ਕਰੇ। तो let us reorient ourselves, let us rethink ਕਿ ਅਸੀਂ ਕਿਸ ਤਰ੍ਹਾਂ ਇਹ possible। ਜੀ ਸ਼ਰਮਾ ਜੀ, ਬਹੁਤ ਵਧੀਆ ਤੁਸੀਂ ਡੀਟੇਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ। ਬਹੁਤ ਵੱਡਾ ਰੋਲ ਆ, ਤੁਸੀਂ ਇੰਨਾ ਡੀਪਲੀ ਜਾ ਕੇ ਸਮਝਾਉਂਦੇ ਹੋ, ਦੱਸਦੇ ਹੋ ਕਿ ਕਿਵੇਂ ਇਕਨੋਮੀ ਤੇ ਇਫੈਕਟ ਪੈਂਦਾ ਤੇ ਕਿਵੇਂ ਇਹਨਾਂ ਅਸੀਂ ਦੇਸ਼ ਨੂੰ ਕਿਵੇਂ ਹੋਰ ਵਿਕਸਿਤ ਕਰ ਸਕਦੇ ਹਾਂ, ਕਿਵੇਂ ਤਰੱਕੀ ਵੱਲ ਲੈ ਕੇ ਜਾ ਸਕਦੇ ਹਾਂ। ਸੋ ਤੁਹਾਡਾ ਵੀ ਬਹੁਤ ਅਹਿਮ ਰੋਲ ਆ, ਜਿੱਥੇ ਮੀਡੀਆ ਆਪਣੀ ਡਿਊਟੀ ਕਰ ਰਿਹਾ ਹੈਗਾ, ਕਿਸਾਨ ਆਪਣਾ ਅੰਦੋਲਨ ਕਰ ਰਹੇ ਹੈਗੇ ਆ, ਬਾਹਰਲੇ ਮੁਲਕਾਂ 'ਚ ਜਿਹੜੇ ਲੋਕ ਬੈਠੇ ਆ ਉਹ ਵੀ ਰੈਲੀਆਂ ਕਰ ਰਹੇ ਹੈਗੇ ਆ। ਸੋ ਤੁਸੀਂ ਬੜੇ ਸੁਲਝੇ ਇਨਸਾਨ ਹੋ, ਜਿਹੜੇ ਅਸੀਂ ਇਹਨਾਂ ਮੁਲਕਾਂ 'ਚ ਬੈਠੇ ਆਏ ਦਿਨ ਸਾਡੀ ਸਿਰਫ ਸੋਚ, ਸਾਡਾ ਦਿਲ ਉੱਥੇ ਪੰਜਾਬ 'ਚ ਧੜਕਦਾ ਰਹਿੰਦਾ। ਕੀ ਮੈਸੇਜ ਤੁਸੀਂ ਆਪਣੇ ਵੱਲੋਂ NRIs ਨੂੰ ਦੇਣਾ ਚਾਹੁੰਦੇ ਆ ਸਾਡੇ ਪਲੇਟਫਾਰਮ ਦੇ ਰਾਹੀਂ? ਦੇਖੋ ਜੀ, ਹਿੰਦੁਸਤਾਨ ਦੇ ਜਿੰਨੇ ਵੀ ਬੰਦੇ ਬਾਹਰ ਹੈਗੇ ਆ, ਸਾਡੇ ਸੱਜਣ ਜਿਹੜੇ ਬਾਹਰ ਹੈਗੇ, ਭਰਾ ਭੈਣ ਬਾਹਰ ਹੈਗੇ ਆ, ਇੱਕ ਤਾਂ ਉਹਨਾਂ ਵਾਸਤੇ ਮੈਸੇਜ ਹੈ ਕਿ ਬਈ ਤੁਸੀਂ ਇਹ ਸਮਝੋ ਕਿ ਤੁਸੀਂ ਜਿਸ ਦੇਸ਼ ਤੋਂ ਨਿਕਲ ਕੇ ਆਏ ਸੀਗੇ, ਛੱਡ ਕੇ ਆਏ ਹੋ ਪਿੱਛੇ, ਜਿਸ ਨਾਲ ਤੁਹਾਡੀ ਅੱਜ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤਾਰ ਤਾਂ ਉੱਥੇ ਜੁੜੇ ਰਹੇਗਾ। ਅਸੀਂ ਸਭ ਜਾਣਦੇ ਹਾਂ, ਵੀ ਆਰ ਗ੍ਰੇਟਫੁਲ ਕਿ ਜਿੱਥੇ ਵੀ ਹੈਗੇ ਆ ਉਹ ਸਪੋਰਟ ਕਰ ਰਹੇ ਹੈਗੇ ਆ। ਖਾਲਸਾ ਏਡ ਦੀ ਗੱਲ ਸਾਰੇ ਜਾਣਦੇ ਹੈਗੇ ਕਿ ਪੰਜਾਬ ਦਾ ਇੱਕ ਜਿਹੜਾ ਕਲਚਰ ਹੈਗਾ ਉਹ ਐਗਰੀਕਲਚਰ ਸੀ, ਔਰ ਡੈਮੋਨਸਟ੍ਰੇਟ ਕੀਤਾ ਹੈਗਾ ਖਾਲਸਾ ਏਡ ਨੇ। ਇੰਨੇ ਬੜੇ ਪੱਧਰ ਤੇ ਸਾਰੀ ਦੁਨੀਆ ਵਿੱਚ ਕਿਤੇ ਵੀ ਕੋਈ ਡਿਜ਼ਾਸਟਰ ਹੁੰਦਾ ਤਾਂ ਖਾਲਸਾ ਏਡ ਵੱਲ ਬਿਲਕੁਲ ਖੜੇ ਹੁੰਦੇ, ਔਰ ਦੁਨੀਆ ਨੂੰ ਇੱਕ ਮੈਸੇਜ ਮਿਲਿਆ ਹੈ ਕਿ ਪੰਜਾਬ ਦਾ ਕਲਚਰ ਇਹ ਕਹਿੰਦਾ ਸੀਗਾ, ਪੰਜਾਬ ਦੇ ਸਕ੍ਰਿਪਚਰਸ ਇਹ ਕਹਿੰਦੇ ਹੈਗੇ ਕਿ ਸ਼ੇਅਰਿੰਗ ਐਂਡ ਕੇਅਰਿੰਗ।
ਇਹ ਸ਼ੇਅਰਿੰਗ ਐਂਡ ਕੇਅਰਿੰਗ ਦਾ ਜਿਹੜਾ ਸਿਸਟਮ ਹੈ, ਆਈ ਥਿੰਕ ਪੀਪਲ ਹੈਵ ਨਾਟ ਅੰਡਰਸਟੂਡ ਐਨੀਵੇਅਰ ਇਨ ਦੀ ਵਰਲਡ। ਉਹ ਪੰਜਾਬ ਵਿੱਚ ਹੀ ਇੱਕ ਬਹੁਤ ਬੜਾ ਇਹ ਇੱਕ ਕਲਚਰ ਦਾ ਹਿੱਸਾ ਹੈਗਾ। ਆਈ ਥਿੰਕ ਇਹ ਮੈਸੇਜ ਜਿਹੜਾ ਹੈਗਾ ਮੈਨੂੰ ਲੱਗਦਾ ਇਸ ਮੂਵਮੈਂਟ ਤੋਂ ਵੀ ਬਹੁਤ ਦੁਨੀਆ 'ਚ ਗਿਆ ਹੈਗਾ ਕਿ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ ਕਿ ਲੋਕੀ ਫੁੱਟ ਮਸਾਜ ਮਸ਼ੀਨ ਵੀ ਲੈ ਕੇ ਆ ਗਏ, ਲੋਕੀ ਡਰਾਇਰ ਵੀ ਲੈ ਕੇ ਆ ਗਏ, ਲੋਕੀ ਵਾਸ਼ਿੰਗ ਮਸ਼ੀਨ ਵੀ ਉੱਥੇ ਕਰ ਰਹੇ ਆ। ਮੈਂ ਹੁਣ 3-4 ਦਿਨ ਪਹਿਲੇ ਗਾਜ਼ੀਪੁਰ ਬਾਰਡਰ 'ਚ ਗਿਆ ਸੀ ਤੇ ਮੈਨੂੰ ਇਹ ਕਹਿੰਦਾ ਬੰਦਾ ਕਿ ਸਰ ਆਓ ਤੁਹਾਡੀ ਹੇਅਰ ਕੱਟ ਵੀ ਕਰ ਦਈਏ, ਕਿਉਂਕਿ ਇੱਥੇ ਹੇਅਰ ਕੱਟ ਵੀ ਫ੍ਰੀ ਜੀ ਕਮਾਲ ਹੈ ਜੀ। look at the support from the society, people ਲੋਕੀ ਮਹਿਸੂਸ ਕਰਦੇ ਹੈਗੇ। ਦੂਸਰੀ ਗੱਲ ਮੇਰੀ ਸਾਡੇ ਹਿੰਦੁਸਤਾਨੀ ਜਿੱਥੇ ਵੀ ਹੈਗੇ ਉਹਨਾਂ ਦੀ ਸਪੋਰਟ ਤਾਂ ਬਹੁਤ ਜ਼ਰੂਰੀ ਹੈ ਔਰ ਅਹਿਮ ਹੈ ਔਰ ਮਿਲ ਵੀ ਰਹੀ ਹੈ। ਲੇਕਿਨ ਦੂਸਰੀ ਗੱਲ ਹੈ ਕਿ ਸਭ ਜਿਹੜੇ ਹਿੰਦੁਸਤਾਨੀ ਨਹੀਂ ਵੀ ਹੈਗੇ ਆ ਉਹਨਾਂ ਨੂੰ ਵੀ ਇਹ ਸਮਝਣਾ ਹੈਗਾ ਕਿ ਇਹ ਮੂਵਮੈਂਟ ਜਿਹੜਾ ਹੈਗਾ ਇਹ ਦੁਨੀਆ ਦੀ ਜਿਹੜੀ ਸੋਚ ਹੈ, ਇਕਨੋਮਿਕ ਸੋਚ ਨੂੰ ਬਦਲਣ ਵਾਸਤੇ ਇੰਨਾ ਬੜਾ ਪ੍ਰਯਾਸ ਮੈਂ ਨਹੀਂ ਸੋਚਿਆ ਸੀ ਕਦੀ ਹੋਏਗਾ। ਐਂਡ ਆਈ ਥਿੰਕ ਪੰਜਾਬ ਫਾਰਮਰਸ ਜਿਹਨੂੰ ਅਸੀਂ ਜਾਂ ਹਿੰਦੁਸਤਾਨ ਦੇ ਫਾਰਮਰ ਜਿਹਨੂੰ ਅਸੀਂ ਮੰਨ ਕੇ ਚੱਲਦੇ ਆ ਇਹ ਤਾਂ ਅਨਪੜ੍ਹ ਹੈਗੇ ਆ, ਇਹਨਾਂ ਨੂੰ ਨਹੀਂ ਸਮਝ ਆਉਂਦੀ ਹੈਗੀ ਆ। ਉਹ ਜੋ ਅਸੀਂ ਪੜ੍ਹੇ ਲਿਖੇ ਸੀਗੇ ਉਹ ਜਿੱਥੇ ਅਸੀਂ ਫੇਲ ਹੋ ਗਏ ਆ, ਉਹ ਪੰਜਾਬ ਦੇ ਫਾਰਮਰ ਜਾਂ ਹਿੰਦੁਸਤਾਨ ਦੇ ਫਾਰਮਰ, ਹਰਿਆਣਾ ਦੇ ਫਾਰਮਰ, ਇਹਨਾਂ ਨੇ ਇੱਕ ਨया ਇੱਕ ਰਸਤਾ ਦਿਖਾਤਾ ਹੈਗਾ ਦੁਨੀਆ ਨੂੰ, ਜੋ ਮੈਨੂੰ ਲੱਗਦਾ ਕਿ ਹੁਣ ਪੜ੍ਹਿਆ ਲਿਖਿਆ ਨੂੰ ਵੀ ਕਿਸਾਨਾਂ ਤੋਂ ਸਮਝਣਾ ਚਾਹੀਦਾ ਹੈਗਾ ਕਿ ਬਈ ਦੁਨੀਆ ਦਾ ਜਿਹੜਾ ਇਕਨੋਮਿਕ ਹਾਲਾਤ ਨੂੰ ਚੇਂਜ ਕਰਨ ਵਾਸਤੇ ਜਾਂ ਇਕਨੋਮਿਕ ਹਾਲਾਤ ਨੂੰ ਠੀਕ ਕਰਨ ਵਾਸਤੇ ਜੋ ਰਸਤਾ ਚਾਹੀਦਾ ਉਹ ਇੱਥੋਂ ਹੀ ਨਿਕਲ ਕੇ ਆਏਗਾ। ਹੁਣ ਅਸੀਂ ਸਟੱਡੀ ਕਰੀਏ ਕਿਸਾਨਾਂ ਨੂੰ ਕਿ ਕਿਉਂ ਇਹਨਾਂ ਦਾ ਦੁੱਖ ਦਰਦ ਜਿਹੜਾ ਹੈਗਾ ਇੰਨਾ ਸੀਵਰ ਹੈਗਾ ਕਿ ਇਹਨਾਂ ਨੂੰ ਆ ਕੇ ਸੜਕਾਂ ਤੇ ਬੈਠਣਾ ਪਿਆ। ਮਹੀਨਾ 2 ਮਹੀਨੇ ਹੋਣ ਵਾਲੇ ਹੈਗੇ, ਬਿਲਕੁਲ ਤਕਰੀਬਨ 2 ਮਹੀਨੇ ਹੋਣ ਵਾਲੇ, ਬਿਲਕੁਲ ਤਕਰੀਬਨ 2 ਮਹੀਨੇ ਪੰਜਾਬ 'ਚ ਬੈਠੇ ਰਹੇ ਨੇ, 2 ਮਹੀਨੇ ਹੁਣ ਦਿੱਲੀ ਦੇ ਬਾਰਡਰ ਦੇ ਲਾਗੇ ਤਾਗੇ ਹੋ ਗਏ ਨੇ। ਸੋ ਤੁਹਾਡੇ ਕਹਿਣ ਤੋਂ ਬਾਅਦ ਜਿਹੜਾ ਆਖਰੀ ਮੈਸੇਜ ਤੁਸੀਂ ਦੇ ਰਹੇ ਸੀ ਕਿ ਇਹਦੇ ਤੋਂ ਦੁਨੀਆ ਨੂੰ ਇੱਕ ਬੜਾ ਵੱਡਾ ਸੁਨੇਹਾ ਮਿਲਦਾ ਹੈ ਕਿ ਕਿਸਾਨਾਂ ਦੇ ਦੁੱਖ ਨੇ ਸਾਰੇ ਭਾਰਤ ਨੂੰ ਨਹੀਂ ਬਲਕਿ ਦੁਨੀਆ ਨੂੰ ਇਕੱਠੇ ਜੋੜ ਦਿੱਤਾ ਹੈ ਕਿ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਕਿਵੇਂ ਨਾਲ ਖੜਨਾ ਹੈ। ਤੁਸੀਂ ਦੇਖੋ ਨਾ ਤਾਂ ਕਿਸੇ ਨੂੰ ਜਾਤ ਦੀ ਚਿੰਤਾ ਹੈ, ਨਾ ਕਿਸੇ ਨੂੰ ਪ੍ਰਾਂਤ ਦੀ ਚਿੰਤਾ ਹੈ, ਨਾ ਕਿਸੇ ਨੂੰ ਇਹ ਚਿੰਤਾ ਹੈ ਕਿ ਇਹ ਕਿਹੜੇ ਕਾਸਟ ਦਾ, ਕਿੱਥੋਂ ਆਇਆ, ਕੀ ਇਹਦੀ ਸਟੇਟਸ ਹੈ। ਬੜੇ ਇੱਕ ਦੂਜੇ ਨੂੰ ਇੰਨਾ ਪਿਆਰ ਸਤਿਕਾਰ ਮਿਲ ਰਿਹਾ ਹੈ। ਮੇਰਾ ਖਿਆਲ ਹੈ ਵੀ ਸਰਕਾਰਾਂ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ। ਬਿਲਕੁਲ ਸਿੱਖਣਾ ਚਾਹੀਦਾ। ਮੈਂ ਤਾਂ ਚਾਹਾਂਗਾ ਹੁਣ ਡੋਨਲਡ ਟਰੰਪ ਸਾਹਿਬ ਕੋਲ ਬਹੁਤ ਟਾਈਮ ਹੈ, ਉਹ ਆ ਕੇ ਕਿਤੇ ਬਾਰਡਰ ਤੇ ਆ ਕੇ ਬੈਠਣ, ਉਹ ਵੀ ਇੱਕ ਰਾਤ ਗੁਜ਼ਾਰ ਕੇ ਦੇਖਣ ਕਿਸਾਨਾਂ ਨਾਲ ਕਿ ਬਈ ਕਿਸਾਨ ਇੰਨਾ ਕਿਉਂ ਹੈਗਾ। ਔਰ ਸਾਨੂੰ ਜਿਹੜਾ ਸ਼ੇਅਰਿੰਗ ਐਂਡ ਕੇਅਰਿੰਗ ਜਿਹਨੂੰ ਸ਼ਾਇਦ ਉਹ ਅਮਰੀਕਨ ਸੋਸਾਇਟੀ ਵਿੱਚ ਹੁਣ ਬਹੁਤ ਜ਼ਿਆਦਾ ਸੈਟਬੈਕ ਮਿਲਿਆ ਹੈਗਾ, ਉਹ ਸ਼ੇਅਰਿੰਗ ਕੇਅਰਿੰਗ ਕਿਸ ਤਰ੍ਹਾਂ ਹੋ ਸਕਦੀ ਹੈ। ਮੈਨੂੰ ਲੱਗਦਾ ਕਿ ਇੱਕ ਦਿਨ ਅਸੀਂ ਇਨਵਾਈਟ ਕਰਨਾ ਚਾਹਾਂਗੇ ਡੋਨਲਡ ਟਰੰਪ ਸਾਹਿਬ ਨੂੰ, ਕਾਫੀ ਵਿਹਲੇ ਹੋ ਗਏ ਹੋ ਜੀ। ਤੁਹਾਡਾ ਸੁਨੇਹਾ ਉਹਨਾਂ ਤੱਕ ਪਹੁੰਚੇਗਾ ਜੀ ਜ਼ਰੂਰ। ਬਹੁਤ ਵੱਡੀ ਤਾਦਾਦ ਦੇ ਵਿੱਚ ਨਾਰਥ ਅਮਰੀਕਾ ਸਾਰੀ ਗੱਲਬਾਤ ਸੁਣੀ ਜਾਂਦੀ ਹੈ। ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਬੜੀਆਂ ਅਹਿਮ ਗੱਲਾਂ ਬਾਤਾਂ ਕੀਤੀਆਂ ਨੇ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਸਰਕਾਰਾਂ ਇਹ 'ਤੇ ਜ਼ਰੂਰ ਅਮਲ ਕਰਨਗੀਆਂ ਤਾਂ ਜੋ ਕਿਸਾਨਾਂ ਦੇ ਦਰਦ ਨੂੰ ਸਮਝ ਕੇ ਭਾਰਤੀ ਕਿਸਾਨ ਜਿਹੜਾ ਤੜਫ ਰਿਹਾ ਉਹ ਕਿਉਂ ਤੜਫ ਰਿਹਾ, ਸਾਰੇ ਅੰਕੜੇ ਤੁਸੀਂ ਦੱਸੇ ਨੇ। ਜੇ ਇਹਨਾਂ ਅੰਕੜਿਆਂ ਦੇ ਉੱਤੇ ਵਿਚਾਰ ਕਰਨ ਤੇ ਉਮੀਦ ਹੈ ਇਹਨਾਂ ਬਿੱਲਾਂ ਨੂੰ ਵਾਪਸ ਲੈ ਕੇ ਕਿਸਾਨ ਨੂੰ ਸੁੱਖੀ ਸਾਂਦੀ ਆਪਣੇ ਘਰੇ ਵਾਪਸ ਭੇਜਣਗੇ। ਤੁਹਾਡਾ ਤਹਿ ਦਿਲੋਂ ਧੰਨਵਾਦ। ਆਉਣ ਵਾਲੇ ਸਮੇਂ 'ਚ ਫਿਰ ਗੱਲਬਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।